ਵਾਹਿਗੁਰੂ 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 ਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਗੁਰਬਾਣੀ ਗੁਰੂ ਵਿੱਚ ਜੋ ਆਪਾਂ ਨੂੰ ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ ਸਾਨੂੰ ਭੇਜ ਦਿੱਤਾ ਕਿ ਅਸੀਂ ਕਿਹਦਾ ਸਿਮਰਨ ਕਰਨਾ ਹੈ, ਕਿਹਨੂੰ ਅਸੀਂ ਮੰਨਣਾ, ਕਿਹਨੂੰ ਅਸੀਂ ਧਿਆਉਣਾ। ਸਤਿਗੁਰੂ ਗੁਰਬਾਣੀ ਗੁਰੂ ਰਾਹੀਂ ਦੱਸਦੇ ਆਪਾਂ ਨੂੰ ਵੀ ਤੁਸੀਂ ਉਹਦਾ ਸਿਮਰਨ ਕਰੋ ਜਿਹਦਾ ਕੋਈ ਮਾਂ ਪਿਓ ਨਹੀਂ ਹੈ। ਪਰਮਾਤਮਾ ਨਿਰੰਕਾਰ ਵਾਹਿਗੁਰੂ, ਉਹਨੂੰ ਕਿਸੇ ਨੇ ਪੈਦਾ ਨਹੀਂ ਕੀਤਾ। ਜਦੋਂ ਅਸੀਂ ਉਹਨੂੰ ਸਿਮਰਾਂਗੇ ਵਾਹਿਗੁਰੂ ਨੂੰ, ਸਾਡੇ ਅੰਦਰੋਂ ਜਿਹੜੀ ਤ੍ਰਿਸ਼ਨਾ ਖਤਮ ਹੋ ਜਾਏਗੀ, ਸਾਡਾ ਆਪਣਾ ਆਪਾ ਖਤਮ ਹੋ ਜਾਏਗਾ, ਆਪਾ ਭਾਵ ਸਾਡਾ ਮਿਟ ਜਾਏਗਾ। ਗੁਰੂ ਨਾਨਕ ਪਾਤਸ਼ਾਹ ਆਪਾਂ ਨੂੰ ਫਰਮਾਉਂਦੇ, ਸੋ ਸੇਵੋ ਜਿਸ ਮਾਈ ਨਾ ਬਾਪ, ਵਿੱਚੋਂ ਚੁੱਕੇ ਤ੍ਰਿਸ਼ਨਾ ਔਰ ਆਪ। ਵੀ ਜਦੋਂ ਅਸੀਂ ਪਰਮਾਤਮਾ ਨੂੰ ਸਿਮਰਾਂਗੇ, ਉਹਨੂੰ ਅਸੀਂ ਤੇ ਆਵਾਂਗੇ ਤੇ ਕਹਿੰਦੇ ਕਿਹਨੂੰ ਸਿਮਰੋ, ਬਈ ਜਿਹਦਾ ਕੋਈ ਮਾਂ ਪਿਓ ਨਹੀਂ ਹੈ, ਜਿਹਨੂੰ ਕਿਸੇ ਨੇ ਪੈਦਾ ਨਹੀਂ ਕੀਤਾ। ਔਰ ਉਹੀਓ ਸਾਡਾ ਸਾਰਿਆਂ ਦਾ ਮਾਤਾ ਪਿਤਾ ਹੈ, ਉਹੀਓ ਸਾਡਾ ਜਨਮਦਾਤਾ ਵਾਹਿਗੁਰੂ। ਪਰਮਾਤਮਾ ਨੂੰ ਕੋਈ ਸਿੱਧਾ ਜਾਣ ਨਹੀਂ ਸਕਦਾ। ਫਿਰ ਉਹਦਾ ਭੇਦ ਆਪਾਂ ਨੂੰ ਗੁਰਬਾਣੀ ਗੁਰੂ ਵਿੱਚ ਦਿੱਤਾ, ਗੁਰੂ ਸਾਹਿਬਾਨਾਂ ਨੇ, ਭਗਤਾਂ। ਬਈ ਜੋ ਸਾਡਾ ਮਾਤਾ ਪਿਤਾ, ਜਿਹਨੂੰ ਅਸੀਂ ਸਿਮਰਨਾ, ਉਹ ਕਿਹੋ ਜਿਹੇ, ਉਹ ਕਿੱਥੇ ਰਹਿੰਦਾ, ਕਿੱਥੇ ਵੱਸਦਾ ਹੈ, ਕਿਵੇਂ ਅਸੀਂ ਉਹਨੂੰ ਮਿਲ ਸਕਦੇ ਹਾਂ, ਉਹ ਫਿਰ ਆਪਾਂ ਨੂੰ ਗੁਰਬਾਣੀ ਗੁਰੂ 'ਚ ਸਾਰਾ ਭੇਦ ਦਿੱਤਾ। ਜੋ ਆਪਣਾ ਮਾਤਾ ਪਿਤਾ ਹੈ ਨਿਰੰਕਾਰ, ਉਹਦਾ ਕੋਈ ਰੂਪ ਰੰਗ, ਕੋਈ ਉਹਦਾ ਰੇਖ ਭੇਖ ਨਹੀਂ ਹੈ, ਕੋਈ ਉਹਦੀ ਜਾਤ ਪਾਤ ਨਹੀਂ ਹੈ। ਉਹ ਨਰੋਲ ਪ੍ਰਕਾਸ਼ ਰੂਪ ਨੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਨੂੰ ਰੋਜ਼ ਸਮਝਾਉਂਦੇ ਆਪਣੇ ਮਾਤਾ ਪਿਤਾ ਬਾਰੇ
ਭਰਮਾਉਂਦੇ ਚੱਕਰ ਚਿਹ ਨਰ ਵਰਨ ਜਾਤ ਔਰ ਪਾਤ ਨਹਿੰਜੀ। ਰੂਪ ਰੰਗ ਰੇਖ ਭੇਖ ਕਉ ਕਹਿ ਨ ਸਕਤ ਕੇ। ਅਚਲ ਮੂਰਤ ਅਨਭਉ ਪ੍ਰਕਾਸ਼ ਅਮਤੁ ਜਿਕਹੀ ਜੀ। ਬਈ ਜੋ ਸਾਡਾ ਮਾਤਾ ਪਿਤਾ ਸਭ ਦਾ ਉਹਦਾ ਕੋਈ ਚੇਨ ਚੱਕਰ ਕੋਈ ਵਰਨ ਜਾਤ ਨਹੀਂ ਹੈ, ਉਹਦਾ ਕੋਈ ਰੂਪ ਰੰਗ ਕੋਈ ਰੇਖ ਭੇਖ ਨਹੀਂ ਹੈ, ਉਹ ਨਰੋਲ ਪ੍ਰਕਾਸ਼। ਆਪਾਂ ਨੂੰ ਕਹਿੰਦੇ ਵੀ ਉਹਦਾ ਸਿਮਰਨ ਕਰੋ, ਉਹਨੂੰ ਤੇ ਆਵੋ ਪਰਮਾਤਮਾ ਨੂੰ। ਭਗਤਾਂ ਨੇ ਵੀ ਆਪਾਂ ਨੂੰ ਆਖਿਆ, ਬਾਬਾ ਕਬੀਰ ਜੀ ਕਹਿੰਦੇ ਬਈ ਸਾਡਾ ਠਾਕਰ ਉਹ ਹੈ ਜਿਹਦਾ ਕੋਈ ਮਾਂ ਪਿਓ ਨਹੀਂ ਹੈ। ਕਬੀਰ ਕੋ ਠਾਕਰ ਐਸੋ ਸੁਆਮੀ ਜਾ ਕਾ ਮਾਈ ਨਾ ਬਾਪੂ ਰੀ। ਵੀ ਉਹਨੂੰ ਕਿਸੇ ਨੇ ਨਹੀਂ ਜਾਇਆ। ਇਹੋ ਆਪਾਂ ਨੂੰ ਗੁਰੂ ਨਾਨਕ ਪਾਤਸ਼ਾਹ ਸਮਝਾਉਂਦੇ, ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਈ। ਬਈ ਜਿਹਨੂੰ ਕਿਸੇ ਨੇ ਪੈਦਾ ਨਹੀਂ ਕੀਤਾ, ਜਿਹਨੂੰ ਕਿਸੇ ਨੇ ਥਾਪਿਆ ਨਹੀਂ, ਉਹ ਤੋਂ ਹੀ ਸਾਰਾ ਕੁਝ ਪੈਦਾ ਹੋਈ। ਉਹ ਸਾਡਾ ਸਾਰਿਆਂ ਦਾ ਮੂਲ ਹੈ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਬਈ ਜੋ ਸਾਡਾ ਮਾਤਾ ਪਿਤਾ, ਉਹਦੇ ਅੰਦਰ ਕਿਸੇ ਕਿਸਮ ਦੀ ਕੋਈ ਭੁੱਖ ਕੋਈ ਪਿਆਸ ਨਹੀਂ ਹੈ, ਪੂਰਾ ਉਹ ਰੱਜਿਆ ਪੁੱਜਿਆ ਹੋਇਆ। ਉਹਦੇ ਅੰਦਰ ਕੋਈ ਤ੍ਰਿਸ਼ਨਾ ਨਹੀਂ ਹੈ। ਮਾਰੇ ਸੱਚੇ ਪਾਤਸ਼ਾਹ ਇਸ ਲਈ ਫਿਰ ਆਪਾਂ ਨੂੰ ਸਮਝਾਉਂਦੇ ਬਈ ਇਹਨੂੰ ਕਿਸੇ ਨੇ ਜਾਇਆ ਨਹੀਂ, ਤੇ ਤੋਂ ਹੀ ਸਾਰਾ ਕੁਝ ਪੈਦਾ ਹੋਇਆ। ਨਾ ਦਿਸ ਮਾਈ ਨਾ ਬਾਪ ਕਿਨ ਤੂੰ ਜਾਇਆ, ਨਾ ਦਿਸ ਰੂਪ ਨਾ ਰੇਖ ਵਰਨ ਸਵਾਇਆ, ਨਾ ਦਿਸ ਭੁੱਖ ਪਿਆਸ ਰੱਜਾ ਧਾਇਆ। ਸਤਿਗੁਰੂ ਕਹਿੰਦੇ ਵੀ ਨਾ ਉਹਨੂੰ ਕੋਈ ਭੁੱਖ ਨਾ ਪਿਆਸ, ਪੂਰਾ ਰੱਜਿਆ ਪੁੱਜਿਆ ਹੋਇਆ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਵੀ ਜਦੋਂ ਅਸੀਂ ਉਹਨੂੰ ਧਿਆਵਾਂਗੇ, ਪਰਮਾਤਮਾ ਦਾ ਸਿਮਰਨ ਕਰਾਂਗੇ, ਸਾਡਾ ਮਨ ਹੈ ਜਿਹੜਾ ਇਹ ਵੀ ਰੱਜ ਜੇਗਾ, ਇਹਦੇ ਅੰਦਰੋਂ ਤ੍ਰਿਸ਼ਨਾ ਮੁੱਕ ਜੇਗੀ, ਭਟਕਣਾ ਖਤਮ ਹੋ ਜੇਗੀ। ਸਾਡੇ ਮਨ ਦਾ ਆਪਣਾ ਆਪਾ ਭਾਵ ਮਿਟ ਜੇਗਾ, ਇਹ ਪਰਮਾਤਮਾ ਦੇ ਵਿੱਚ ਹੀ ਸਮਾ ਜਾਂਦਾ, ਉਹਦੇ ਵਿੱਚ ਹੀ ਲੀਨ ਹੋ ਜਾਂਦਾ। ਇਹ ਮਾਲਕ ਦਾ ਹੀ ਰੂਪ ਬਣ ਜਾਂਦਾ ਉਹਨੂੰ ਮਿਲ ਕੇ ਪਰਮਾਤਮਾ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਉਹਨੂੰ ਸਿਮਰੋ, ਵੀ ਜਿਹੜਾ ਕਿਤੇ ਜਾਂਦਾ ਆਉਂਦਾ ਨਹੀਂ, ਜਿਹੜਾ ਹਰ ਥਾਂ 'ਤੇ ਮੌਜੂਦ ਸੀ। ਐਸੀ ਕੋਈ ਥਾਂ ਨਹੀਂ ਹੈ ਜਿੱਥੇ ਪਰਮਾਤਮਾ ਨਾ ਹੋਵੇ। ਉਹ ਜਰੇ ਜਰੇ ਵਿੱਚ ਸਾਡੇ ਅੰਦਰ ਵੀ ਉਹਦੀ ਜੋਤ ਹੈ, ਅਤੇ ਬਾਹਰ ਵੀ ਉਹ ਹਰ ਥਾਂ 'ਤੇ ਮੌਜੂਦ ਹੈ। ਘਟ ਘਟ ਦੇ ਵਿੱਚ ਉਹੀਓ ਰਮਿਆ ਹੋਇਆ। ਭਾਈਆਂ ਆਵਾਂ ਨੂੰ ਸਤਿਗੁਰੂ ਸਮਝਾਉਂਦੇ, ਘਟ ਘਟ ਮੈਂ ਹਰ ਜੂ ਵਸੇ ਸੰਤਨ ਕਿਹੋ ਪੁਕਾਰ। ਸੰਤ ਜਨਾਂ ਨੇ ਸਾਨੂੰ ਪਰਮਾਤਮਾ ਦੇ ਵਿੱਚ ਹਉਮੈ ਦਾ ਹੈ, ਉਹ ਵਿੱਚ ਵੀ ਹੈ। ਜਦ ਤੱਕ ਸਾਡੇ ਅੰਦਰ ਹਉਮੈ ਇਹੋ ਵਿੱਚ ਪੜਦਾ ਹੈ, ਹਉਮੈ ਦਾ ਸਾਹਮਣੇ ਹੁੰਦਾ ਹੋਇਆ ਵੀ ਜਦੋਂ ਸਾਡੇ ਅੰਦਰ ਹਉਮੈ ਹੰਕਾਰ ਹੈ, ਉਹ ਸਾਨੂੰ ਦਿਸਦਾ ਹੀ ਨਹੀਂ, ਕਿਉਂਕਿ ਉਹ ਵਿੱਚ ਜਿਹੜਾ ਹਉਮੈ ਦਾ ਉਹ ਪੜਦਾ ਆ ਗਿਆ। ਇਸ ਵਾਸਤੇ ਫਿਰ ਸਾਨੂੰ ਕਹਿੰਦੇ ਵੀ ਜਦੋਂ ਅਸੀਂ ਉਹਨੂੰ ਸਿਮਰਾਂਗੇ ਪਰਮਾਤਮਾ ਨੂੰ, ਸਾਡੇ ਅੰਦਰੋਂ ਇਹ ਹਉਮੈ ਦਾ ਨਾਸ ਹੋ ਜੀ, ਹਉਮੈ ਖਤਮ ਹੋ ਜਾਏਗੀ। ਜਦੋਂ ਹਉਮੈ ਦਾ ਨਾਸ ਹੋ ਗਿਆ ਤੇ ਫਿਰ ਸਾਰਾ ਮਾਲਕ ਹੀ ਮਾਲਕ ਰਹਿ ਗਿਆ, ਪਰਮਾਤਮਾ ਆਪ ਹੀ ਹੋਏ ਰਹਿ ਗਏ। ਹੁਣ ਜਦ ਤੱਕ ਤਾਂ ਮਨ ਦੇ ਅੰਦਰ ਹਉਮੈ ਹੈ, ਇਹ ਮੇਰੀ ਮੇਰੀ ਕਰਦਾ, ਉਹਨਾਂ ਸਮਾਂ ਇਹਦਾ ਕਾਰਜ ਕੋਈ ਸਬਰਦਾ ਨਹੀਂ ਹੈ। ਜਦੋਂ ਇਹਦੇ ਅੰਦਰੋਂ ਆਪਾ ਭਾਵ ਮਿਟ ਜਾਂਦਾ, ਮੇਰੀ ਮੇਰੀ ਮਿਟ ਜਾਂਦੀ,
ਫਿਰ ਮਾਲਕ ਆਪ ਆ ਜਾਂਦਾ ਤੇ ਉਹ ਸਾਰੇ ਕਾਰਜ ਹੀ ਸਵਾਰ ਦਿੰਦਾ। ਸਤਿਗੁਰੂ ਫਰਮਾਉਂਦੇ, ਜਬ ਲਗ ਮੇਰੀ ਮੇਰੀ ਕਰੇ, ਤਬ ਲਗ ਕਾਜ ਏਕ ਨਹੀਂ ਸਰੇ। ਜਬ ਮੇਰੀ ਮੇਰੀ ਮਿਟ ਜਾਏ, ਤਬ ਪ੍ਰਭ ਕਾਜ ਸਵਾਰੇ ਆਏ। ਜਦੋਂ ਸਾਡੇ ਅੰਦਰੋਂ ਹਉਮੈ ਖਤਮ ਹੋ ਗਈ ਤੇ ਮਾਲਕ ਨੇ ਆਪ ਆ ਜਾਣਾ। ਇਸ ਕਰਕੇ ਭਗਤਾਂ ਨੇ ਆਖਿਆ ਵੀ ਜਦ ਤੱਕ ਤਾਂ ਸਾਡੇ ਅੰਦਰ ਹਉਮੈ ਸੀ, ਉਹਨਾਂ ਸਮਾਂ ਪਰਮਾਤਮਾ ਨਹੀਂ ਸੀ। ਜਦੋਂ ਸਾਡਾ ਆਪਣਾ ਭਾਵ ਮਿਟ ਗਿਆ ਤੇ ਫਿਰ ਪਰਮਾਤਮਾ ਹੀ ਪਰਮਾਤਮਾ ਰਹਿ ਗਿਆ। ਮਾਰੇ ਫਰਮਾਉਂਦੇ, ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਬਈ ਜਦੋਂ ਦਾ ਸਾਡੇ ਅੰਦਰ ਹਉਮੈ ਸੀ, ਹੰਕਾਰ ਸੀ, ਉਦੋਂ ਸਾਡੇ ਜੀਵਨ 'ਚ ਪਰਮਾਤਮਾ ਨਹੀਂ ਹੁੰਦਾ, ਉਹਦੀ ਝਲਕ ਵੀ ਨਹੀਂ ਸਾਨੂੰ ਦਿਸਦੀ। ਸਾਹਮਣੇ ਹੁੰਦਾ ਹੋਇਆ ਵੀ ਸਾਨੂੰ ਉਹ ਨਜ਼ਰ ਹੀ ਨਹੀਂ ਆਉਂਦਾ, ਕਿਉਂਕਿ ਸਾਡੇ ਅੰਦਰ ਹੰਕਾਰ, ਸਾਡਾ ਅੰਦਰ ਹਉਮੈ। ਜਦੋਂ ਆਪਣਾ ਭਾਵ, ਉਦੋਂ ਮਾਲਕ ਨਹੀਂ ਹੈ। ਜਦੋਂ ਆਪਣਾ ਭਾਵ ਮਿਟ ਗਿਆ, ਫਿਰ ਮਾਲਕ ਹੀ ਮਾਲਕ ਰਹਿ ਗਏ, ਪਰਮਾਤਮਾ ਹੀ ਆਪਣਾ ਖਤਮ ਹੋ ਗਿਆ। ਇਸ ਅਵਸਥਾ 'ਚ ਮਹਾਰਾਜ ਕਹਿੰਦੇ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੇ ਰਹਾ ਨਾ ਹੂੰ। ਜਬ ਆਪਾ ਪਰ ਕਾ ਮਿਟ ਗਿਆ, ਜਦ ਦੇਖੂੰ ਤਤ ਤੂੰ। ਬਈ ਜਦੋਂ ਮੇਰਾ ਆਪਣਾ ਆਪਾ ਹੀ ਮਿਟ ਗਿਆ ਤੇ ਜਦੋਂ ਵੀ ਮੈਂ ਦੇਖਦਾ ਮੈਨੂੰ ਤੂੰ ਹੀ ਨਜ਼ਰ ਆਉਂਦਾ। ਜਦੋਂ ਆਪਣਾ ਆਪਾ ਸੀ, ਹਉਮੈ ਸੀ, ਉਦੋਂ ਮਾਲਕ ਨਜ਼ਰ ਹੀ ਨਹੀਂ ਸੀ ਆਉਂਦਾ, ਉਦੋਂ ਦਿਸਦਾ ਹੀ ਨਹੀਂ। ਇਸ ਕਰਕੇ ਫਿਰ ਜਿਨ੍ਹਾਂ ਦਾ ਆਪਣਾ ਆਪਾ ਮਿਟ ਗਿਆ, ਮਿਟਿਆ ਕਿਹਨਾਂ ਦਾ? ਜਿਨ੍ਹਾਂ ਨੇ ਗੁਰੂ ਦੀ ਸ਼ਰਨ 'ਚ ਆ ਕੇ ਗੁਰੂ ਦੀ ਮੱਤ ਲਈ, ਜਿਨ੍ਹਾਂ ਨੇ ਗੁਰੂ ਦੀ ਮੱਤ ਦੁਆਰਾ ਸਿਮਰਨ ਕੀਤਾ, ਉਹਨਾਂ ਦਾ ਆਪਣਾ ਆਪਾ ਮਿਟ ਜਾਂਦਾ। ਜਿਨ੍ਹਾਂ ਨੇ ਸਤਸੰਗਤ ਕੀਤੀ ਹੋਈ ਨਹੀਂ, ਜਿਹੜੇ ਗੁਰੂ ਦੀ ਸ਼ਰਨ 'ਚ ਹੀ ਨਹੀਂ ਆਏ, ਉਹਨਾਂ ਦੇ ਅੰਦਰੋਂ ਹਉਮੈ ਹੰਕਾਰ ਜਿਹੜਾ ਮਿਟਦਾ ਨਹੀਂ, ਆਪਣਾ ਆਪਾ ਖਤਮ ਨਹੀਂ ਹੁੰਦਾ। ਜਦੋਂ ਆਪਣਾ ਆਪਾ ਮਿਟਦਾ ਨਹੀਂ, ਤਾਂਹੀਓ ਉਹ ਕਹਿ ਦਿੰਦੇ ਫਿਰ ਵੀ ਪਰਮਾਤਮਾ ਨੂੰ ਤਾਂ ਕੋਈ ਦੇਖ ਹੀ ਨਹੀਂ ਸਕਦਾ, ਵਾਹਿਗੁਰੂ ਨੂੰ ਤਾਂ ਕੋਈ ਮਿਲ ਹੀ ਨਹੀਂ ਸਕਦਾ। ਇਹ ਹੋ ਕਿ ਹਉਮੈ ਹੰਕਾਰ 'ਚ ਨਹੀਂ ਅਸੀਂ ਮਿਲ ਸਕਦੇ, ਆਪਦੀ ਮੱਤ ਦੁਆਰਾ ਨਹੀਂ ਮਿਲ ਸਕਦੇ, ਗੁਰੂ ਦੀ ਮੱਤ ਦੁਆਰਾ ਮਿਲਿਆ ਜਾ ਸਕਦਾ। ਜਿਨ੍ਹਾਂ ਨੇ ਮਿਲਾਪ ਕੀਤਾ, ਉਹਨਾਂ ਨੇ ਫਿਰ ਆਪਾਂ ਤੋਂ ਕੁਝ ਛਿਪਾਇਆ ਨਹੀਂ, ਉਹਨਾਂ ਨੇ ਤਾਂ ਸਗੋਂ ਤੇ ਸਾਨੂੰ ਬੜਾ ਖੋਲ੍ਹ ਕੇ ਭੇਜ ਦਿੱਤਾ। ਜਿਵੇਂ ਗੁਰੂ ਅਮਰਦਾਸ ਜੀ ਮਹਾਰਾਜ ਸਾਨੂੰ ਰੋਜ਼ ਸਮਝਾਉਂਦੇ ਵੀ ਅਸੀਂ ਮਾਲਕ ਦੇ ਨਾਲ ਮਿਲਾਪ ਕੀਤਾ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਜ ਸੀਤੀ। ਉਹਨਾਂ ਨੇ ਆਪਾਂ ਨੂੰ ਦੱਸਿਆ ਵੀ ਅਸੀਂ ਸਤਿਗੁਰ ਨਾਲ, ਵਾਹਿਗੁਰੂ ਨਾਲ ਮਿਲਾਪ ਕੀਤਾ ਤੇ ਕਿਵੇਂ ਕੀਤਾ। ਕਹਿੰਦੇ ਸਹਿਜ ਵਿੱਚ ਜਾ ਕੇ। ਸਹਿਜ ਆਪਣਾ ਘਰ ਹੈ, ਜਦੋਂ ਸਹਿਜ ਵਿੱਚ ਜਾਵਾਂਗੇ ਤੇ ਫਿਰ ਸਾਡਾ ਮਿਲਾਪ ਹੋਣਾ ਹੈ। ਇੱਧਰ ਜਦੋਂ ਸਾਡੇ ਅੰਦਰ ਹੰਕਾਰ ਹੈ, ਹਉਮੈ ਹੈ, ਆਪਣਾ ਆਪਾ ਹੈ, ਉਹ ਉਹਨਾਂ ਸਮਾਂ ਫਿਰ ਸਹਿਜ ਵਿੱਚ ਜਾਂਦਾ ਹੀ ਨਹੀਂ। ਜਦੋਂ ਸਹਿਜ ਵਿੱਚ ਨਹੀਂ ਜਾਏਗਾ, ਸਾਡੇ ਜੀਵਨ ਦੇ ਵਿੱਚ ਵਾਹਿਗੁਰੂ ਉਹ ਆਏਗਾ ਨਹੀਂ, ਸਾਨੂੰ ਉਹ ਦਿਸੇਗਾ ਨਹੀਂ। ਹੈ ਬੇਸ਼ੱਕ ਉਹ ਸਾਡੇ ਸਾਹਮਣੇ ਹੀ ਹੈ, ਐਸੀ ਕੋਈ ਥਾਂ ਨਹੀਂ ਵੀ ਜਿੱਥੇ ਉਹ ਨਹੀਂ ਹੈ। ਸਾਡੇ ਅੰਦਰ ਵੀ ਹੈ ਤੇ ਬਾਹਰ ਵੀ ਮੌਜੂਦ ਹੈ। ਹੁਣ ਉਹ ਸਾਨੂੰ ਦਿਸਦਾ ਕਿਉਂ ਨਹੀਂ? ਦਿਸਦਾ ਤਾਂ ਹੀ ਨਹੀਂ ਕਿਉਂਕਿ ਵਿੱਚ ਪੜਦਾ ਹੈ ਹੰਕਾਰ ਦਾ, ਹਉਮੈ ਦਾ, ਆਪਣਾ ਆਪਾ ਵਿੱਚ ਖੜ੍ਹਾ ਹੈ ਸਾਡਾ। ਉਹ ਜਦੋਂ ਆਪਣਾ ਆਪਾ ਖੜ੍ਹਾ ਹੈ, ਉਹਨਾਂ ਸਮਾਂ ਉਹ ਸਾਨੂੰ ਦਿਸਦਾ।
ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਜਿਨ੍ਹਾਂ ਦਾ ਆਪਣਾ ਆਪਾ ਮਿਟਿਆ ਉਹਨਾਂ ਨੇ ਹੀ ਮਾਲਕ ਦੇ ਨਾਲ ਵਾਹਿਗੁਰੂ ਦੇ ਨਾਲ ਮਿਲਾਪ ਕੀਤਾ, ਅਤੇ ਜਿਨ੍ਹਾਂ ਨੇ ਕੀਤਾ ਉਹਨਾਂ ਨੇ ਫਿਰ ਆਪਾਂ ਨੂੰ ਬੜਾ ਖੁੱਲ੍ਹ ਕੇ ਦੱਸਿਆ ਬਈ ਅਸੀਂ ਦੇਖਿਆ ਪਰਮਾਤਮਾ ਨੂੰ। ਬਈ ਜਿਵੇਂ ਆਮ ਜੀਵ ਕਹਿ ਦਿੰਦਾ ਵੀ ਰੱਬ ਬੇਸ਼ੱਕ ਦਿਸਦਾ ਨਹੀਂ, ਬਈ ਉਹਦਾ ਉਹ ਸਾਡੀ ਮਦਦ ਜ਼ਰੂਰ ਕਰਦਾ ਪਰ ਉਹ ਦਿਸਦਾ ਨਹੀਂ, ਉਹ ਦਿਸਦਾ ਵੀ ਉਹਦਾ ਅਸੀਂ ਜਦੋਂ ਨਹੀਂ ਦਿਸਦਾ ਅਸੀਂ ਤਾਂ ਕਹਿੰਦੇ ਹਾਂ ਵੀ ਉਹ ਦੀਂਦਾ ਨਹੀਂ। ਪਰਮਾਤਮਾ ਸਾਨੂੰ ਦਿਸਦਾ ਹੈ, ਪ੍ਰਤੱਖ ਦਿਸਦਾ ਉਦੋਂ ਜਦੋਂ ਅਸੀਂ ਸ਼ਬਦ ਦੀ ਕਮਾਈ ਕਰਦੇ। ਸਤਿਗੁਰੂ ਕਹਿੰਦੇ ਸਾਹਿਬ ਮੇਰਾ ਸਦਾ ਹੈ ਦਿਸੇ ਸ਼ਬਦ ਕਮਾਏ, ਵੀ ਸਾਹਿਬ ਦਾ ਸਾਡਾ ਸਦਾ ਹੀ ਹੈ, ਉਹ ਕਿਹੜਾ ਕਿਤੇ ਗਿਆ ਹੈ, ਪਰ ਉਹ ਦਿਸਦਾ ਸ਼ਬਦ ਦੀ ਕਮਾਈ ਕਰਕੇ, ਸਿਮਰਨ ਕਰਕੇ, ਆਪਣਾ ਆਪ ਮਾਰ ਕੇ ਫਿਰ ਦਿਸਦਾ। ਬਈ ਪਰਮਾਤਮਾ ਜਿਹੜਾ ਦ੍ਰਿਸ਼ਟ ਹੈ, ਜੋ ਸਾਡੀ ਪਹੁੰਚ ਤੋਂ ਬਾਹਰ ਹੈ, ਸੋ ਦੇਖਿਆ ਗੁਰਮੁਖ ਅੱਖੀ, ਵੀ ਗੁਰਮੁਖਾਂ ਨੇ ਆਪਦੀਆਂ ਅੱਖਾਂ ਦੁਆਰਾ ਨੂੰ ਦੇਖਿਆ ਪਰਮਾਤਮਾ ਨੂੰ, ਅਤੇ ਜਦੋਂ ਉਹਨੂੰ ਦੇਖਿਆ ਅਤੇ ਫਿਰ ਦੱਸਿਆ ਵੀ ਉਹ ਸਭ ਤੋਂ ਉੱਚਾ ਪਰਮਾਤਮਾ ਵਾਹਿਗੁਰੂ। ਮਹਾਰਾਜ ਕਹਿੰਦੇ ਮੈਂ ਪੇਖਿਓ ਰੀ ਉੱਚਾ ਮੋਹਨ ਸਭ ਤੇ ਉੱਚਾ, ਨਾ ਸੰਸਾਰ ਕਉ ਲਾਗੇ ਢੂੰਡ ਰਹੇ ਹਮ ਉੱਚਾ, ਵੀ ਅਸੀਂ ਦੇਖੀਏ ਬਈ ਉਹ ਸਭ ਤੋਂ ਉੱਚਾ ਪਰਮਾਤਮਾ ਵਾਹਿਗੁਰੂ। ਐਸੀ ਕੋਈ ਥਾਂ ਨਹੀਂ ਜਿੱਥੇ ਉਹ ਨਾ ਹੋਵੇ। ਜਿੱਥੇ ਵੀ ਆਪਾਂ ਚਲੇ ਜਾਵਾਂਗੇ, ਪਤਾਲ ਨੂੰ ਚਲੇ ਜਾਈਏ, ਉਹ ਉੱਥੇ ਵੀ ਹੈ, ਜਲ ਦੇ ਵਿੱਚ ਵੀ ਹੈ, ਥਲ ਵਿੱਚ ਵੀ ਹੈ, ਧਰਤੀ ਦੇ ਅਸਮਾਨ ਦੇ ਸੈਂਟਰ ਵਿੱਚ ਵੀ ਹੈ, ਅਤੇ ਉੱਥੇ ਚਲੇ ਜਾਈਏ ਉੱਥੇ ਵੀ ਹੈ। ਐਸੀ ਕੋਈ ਥਾਂ ਹੀ ਨਹੀਂ ਜਿੱਥੇ ਉਹ ਨਹੀਂ ਹੈ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਉਹ ਦਿਸਦਾ ਸਾਨੂੰ ਫਿਰ ਹੈ ਜਦੋਂ ਅਸੀਂ ਆਪਣਾ ਆਪਾ ਖਤਮ ਕਰ ਲਾਂਗੇ, ਅਤੇ ਆਪਣਾ ਆਪਾ ਖਤਮ ਫਿਰ ਹੋਏਗਾ ਜਦੋਂ ਅਸੀਂ ਸਿਮਰਨ ਕਰਾਂਗੇ, ਜਦੋਂ ਅਸੀਂ ਗੁਰੂ ਦੀ ਮੱਤ ਲੈ ਕੇ ਚੱਲਾਂਗੇ, ਸਤ ਸੰਗਤ ਕਰਾਂਗੇ, ਫਿਰ ਸਾਡਾ ਆਪਣਾ ਆਪਾ ਮਿਟਣਾ। ਜਦੋਂ ਆਪਣਾ ਆਪਾ ਮਿਟ ਗਿਆ ਫਿਰ ਮਾਲਕ ਹੀ ਰਹਿ ਗਿਆ, ਪਰਮਾਤਮਾ ਹੀ। ਇਸੀ ਅਵਸਥਾ 'ਚ ਜਦੋਂ ਭਗਤ ਜਨ ਗਏ, ਫਿਰ ਉਹਨਾਂ ਨੇ ਆਖਿਆ ਵੀ ਹੁਣ ਅਸੀਂ ਬੁਰਾ ਕਿਹਨੂੰ ਆਖੀਏ, ਵੀ ਸਾਨੂੰ ਤਾਂ ਹੁਣ ਤੇਰੇ ਤੋਂ ਬਿਨਾਂ ਹੋਰ ਕੋਈ ਦਿਸਦਾ ਹੀ ਨਹੀਂ, ਵੀ ਸਭ ਦੇ ਅੰਦਰ ਵੀ ਤੂੰ ਹੀ ਨਜ਼ਰ ਆਉਣਾ ਹੈ ਅਤੇ ਬਾਹਰ ਵੀ ਤੂੰ ਹੀ ਨਜ਼ਰ ਆਉਣਾ ਹੈ। ਇਸ ਅਵਸਥਾ 'ਚ ਮਹਾਰਾਜ ਕਹਿੰਦੇ ਫਰੀਦਾ ਖਾਲਕ ਖਲਕ ਮੈਂ, ਖਾਲਕ ਵਸੇ ਰੱਬ ਮਾਹੇ, ਮੰਦਾ ਕਿਸ ਨੂੰ ਆਖੀਏ ਜਦ ਤੁਝ ਬਿਨ ਕੋਈ ਨਾਹੀਂ। ਬਈ ਜਿਹੜਾ ਇਹ ਸੰਸਾਰ ਸਭ ਤੇਰੇ ਵਿੱਚ ਵਸਦਾ, ਤੂੰ ਸਭ ਦੇ ਵਿੱਚ ਵਸਦਾ, ਅਤੇ ਮੈਂ ਮੰਦਾ ਕਿਹਨੂੰ ਆਖਾਂ, ਮਾੜਾ ਕਿਹਨੂੰ ਆਖਾਂ। ਇਸ ਕਰਕੇ ਫਿਰ ਗੁਰਮੁਖ ਉਹ ਸਹਿਜ ਦੇ ਵਿੱਚ ਹੋ ਜਾਂਦੇ, ਉਹ ਕਿਸੇ ਨੂੰ ਮਾੜਾ ਨਹੀਂ ਕਹਿੰਦੇ, ਉਹ ਕਿਸੇ ਦੀ ਨਿੰਦਿਆ ਨਹੀਂ ਕਰਦੇ, ਉਹ ਕਿਸੇ ਦੇ ਨਾਲ ਈਰਖਾ ਨਫ਼ਰਤ ਨਹੀਂ ਕਰਦੇ, ਉਹ ਕਿਸੇ ਨਾਲ ਵੀ ਵੈਰ ਵਿਰੋਧ ਨਹੀਂ ਕਰਦੇ। ਉਹ ਕਹਿੰਦੇ ਵੈਰ ਵਿਰੋਧ ਕਰਾਂਗੇ ਅਤੇ ਕਰਾਂਗੇ ਕਿਹਦੇ ਨਾਲ, ਸਭ ਦੇ ਅੰਦਰ ਤਾਂ ਤੂੰ ਹੀ ਬੈਠਾ। ਇਹੋ ਮਹਾਰਾਜ ਸਮਝਾਉਂਦੇ ਵਾਹ ਵਾਹ ਵੈਰ ਵਿਰੋਧ ਨਾ ਕਰੀਏ ਕਾਹੂ, ਘਟ ਘਟ ਅੰਤਰ ਬ੍ਰਹਮ ਸਮਾਹੂ। ਬਈ ਤੁਸੀਂ ਕਿਸੇ ਨਾਲ ਵੈਰ ਵਿਰੋਧ ਨਾ ਕਰੋ, ਸਭ ਘਟਾਂ ਦੇ ਵਿੱਚ ਵਾਹਿਗੁਰੂ ਹੀ ਬੈਠਾ ਹੈ, ਸਭ ਦੇ ਅੰਦਰ ਬੈਠਾ। ਇਹ ਪਰਮਾਤਮਾ ਦਾ ਖੇਲ ਹੈ। ਸਤਿਗੁਰੂ ਕਹਿੰਦੇ ਵੀ ਜਿੰਨੇ ਵੀ ਘਟ ਨੇ ਸਰੀਰ, ਇਹ ਸਭ ਮੇਰੇ ਨੇ, ਮੈਂ ਸਭ ਦੇ ਅੰਦਰ ਬੈਠਾ, ਮੈਂ ਆਪਦੇ ਰਹਿਣ ਵਾਸਤੇ ਘਰ ਬਣਾਏ ਹੋਏ, ਇਹ ਮੇਰਾ ਆਪਣਾ ਖੇਲ ਹੈ। ਜਿਹਨੂੰ ਮੈਂ ਅੰਦਰ ਬੈਠਾ ਭੁਲਾ ਦਿਆਂ ਉਹਨੂੰ ਕੋਈ ਜਣਾ ਨਹੀਂ ਸਕਦਾ, ਜਿਹਨੂੰ ਮੈਂ ਅੰਦਰ ਬੈਠਾ ਹੀ ਜਣਾ ਦਿਆਂ ਆਪਣਾ ਆਪਾ, ਉਹਨੂੰ ਵੀ ਕੋਈ ਭੁਲਾ ਨਹੀਂ ਸਕਦਾ। ਬਈ ਇਹ ਮੇਰਾ ਆਪਣਾ ਖੇਲ ਹੈ। ਮਹਾਰਾਜ ਕਹਿੰਦੇ ਸਭ ਘਟ ਮੇਰੇ ਹੋ ਸਭਨਾ ਅੰਦਰ, ਜਿਸੇ ਖਵਾਈ ਤਿਸ ਕੌਣ ਕਹੇ, ਜਿਸੇ ਦਖਾਲਾਂ ਬਾਟੜੀ ਤਿਸੇ ਭੁਲਾਵੇ ਕੌਣ, ਜਿਸੇ ਭਲਾਈ ਪੰਧ ਸਿਉ ਤਿਸੇ ਜਣਾਵੇ ਕੌਣ। ਸਤਿਗੁਰੂ ਕਹਿੰਦੇ ਵੀ ਜਿੰਨੇ ਵੀ ਘਟ ਸਰੀਰ ਇਹ ਸਭ ਮੇਰੇ ਨੇ, ਮੈਂ ਸਭ ਦੇ ਅੰਦਰ ਬੈਠਾ। ਜਿਹਨੂੰ ਮੈਂ ਅੰਦਰ ਬੈਠਾ ਹੀ ਆਪਣਾ ਆਪਾ ਭੁਲਾ ਦਿਆਂ ਉਹਨੂੰ ਕੋਈ ਨਹੀਂ ਜਣਾਉਣ ਵਾਲਾ।
ਉਹਨੂੰ ਕੋਈ ਨਹੀਂ ਸਮਝਾ ਸਕਦਾ। ਤੇ ਜਿਹਨੂੰ ਮੈਂ ਅੰਦਰ ਬੈਠਾ ਆਪਣਾ ਆਪਾਂ ਜੰਡਾ ਦਿਆਂ ਉਹਨੂੰ ਕੋਈ ਭੁਲਾ ਨਹੀਂ ਸਕਦਾ। ਸਾਰੇ ਜੀਵ ਕਹਿਣ ਲੱਗ ਜਾਣ ਬਈ ਵਾਹਿਗੁਰੂ ਤਾਂ ਹੁੰਦਾ ਹੀ ਨਹੀਂ, ਅਤੇ ਉਹਨੂੰ ਨਹੀਂ ਕੋਈ ਭੁਲਾ ਸਕਦਾ, ਕਿਉਂਕਿ ਉਹਨੂੰ ਜੰਡਾਇਆ ਮਾਲਕ ਨੇ। ਉਹ ਕਹਿੰਦਾ ਤੁਸੀਂ ਨਹੀਂ ਮੰਨਦੇ, ਨਾ ਮੰਨੋ, ਮੈਂ ਤਾਂ ਮੰਨਦਾ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਜਿਹਨੂੰ ਮੈਂ ਭੁਲਾਇਆ ਉਹਨੂੰ ਮੈਂ ਭੁਲਾਇਆ ਇਸ ਕਰਕੇ ਵੀ ਮੈਂ ਦੇਖਣਾ ਚਾਹੁੰਦਾ ਵੀ ਮੇਰੇ ਬੱਚੇ ਦਾ ਮੇਰੇ ਨਾਲ ਕਿੰਨਾ ਕੁ ਪ੍ਰੇਮ ਹੈ, ਬਈ ਉਹ ਮੇਰੇ ਵਿਛੋੜੇ ਦਾ ਕਿੰਨਾ ਕੁ ਦੁੱਖ ਮਹਿਸੂਸ ਕਰਦਾ ਅਤੇ ਕਿੰਨਾ ਕੁ ਵੈਰਾਗੀ ਹੁੰਦਾ, ਮੈਨੂੰ ਕਿਵੇਂ ਲੱਭਦਾ। ਬਈ ਮੈਂ ਆਪਦੇ ਬੱਚੇ ਦਾ ਪਿਆਰ ਦੇਖਣਾ ਚਾਹੁੰਦਾ, ਬਈ ਮੇਰੇ ਵਿਛੋੜੇ ਦਾ ਦੁੱਖ ਮਹਿਸੂਸ ਕਰਦਾ ਵੀ ਹੈ, ਮੈਨੂੰ ਲੱਭਦਾ ਵੀ ਹੈ ਕਿ ਜਾਂ ਨਹੀਂ ਲੱਭਦਾ। ਹੁਣ ਉਹ ਜਦੋਂ ਮਾਲਕ ਨੇ ਸਾਨੂੰ ਇਹ ਖੇਲ ਦੇ ਵਿੱਚ ਉਤਾਰਿਆ, ਸਾਨੂੰ ਭਵਾਲੀ ਦੇ ਕੇ ਛੱਡ ਦਿੰਦੇ ਅਤੇ ਮੈਨੂੰ ਕਹਿੰਦੇ ਵੀ ਲੱਭੋ। ਹੁਣ ਉਹ ਐਸਾ ਸਾਡੇ ਮਨ ਨੂੰ ਭਵਾਲੀ ਦੇ ਕੇ ਛੱਡਿਆ, ਉਹ ਚਾਰ ਯੁੱਗ ਹੋ ਗਏ, ਅਸੀਂ ਜਿਉਂ ਘੁੰਮਣ ਲੱਗੇ ਅਸੀਂ ਉਹ ਭੁੱਲ ਹੀ ਗਏ ਮਾਲਕ ਨੂੰ, ਪਰਮਾਤਮਾ ਨੂੰ। ਸਤਿਗੁਰ ਕਹਿੰਦੇ ਦੀਪ ਵਾਰੀ ਪੁਰਖ ਵਿਧਾਤੇ ਬੌੜ ਬੌੜ ਜਨਮਾਂ ਦੇ, ਵੀ ਐਸੀ ਭਵਾਲੀ ਦੇ ਕੇ ਗੋਲ ਸਾਨੂੰ ਛੱਡਿਆ ਮਾਲਕ ਨੇ। ਉਹ ਅਸੀਂ ਘੁੰਮੀ ਜਾ ਰਹੇ ਚੌਥਾ ਯੁੱਗ ਹੈ, ਅਸੀਂ ਹਜੇ ਤੱਕ ਨਹੀਂ ਰੁਕੇ, ਘੁੰਮਦੇ ਹੀ ਜਾ ਰਹੇ ਹਾਂ ਗਾਂ ਦੀ ਗਾਂ। ਹੁਣ ਮਾਲਕ ਸਾਡੇ ਅੰਦਰ ਬੈਠ ਗਏ ਵੀ ਮੈਨੂੰ ਲੱਭੋ, ਅਤੇ ਆਵਾਜ਼ ਦਿੱਤੀ ਜਾਂਦਾ ਬਈ ਮੈਂ ਤੁਹਾਡੇ ਅੰਦਰ ਬੈਠਾ, ਵੀ ਆ ਜਾਓ ਮੈਨੂੰ ਮਿਲ ਲਓ। ਉਹ ਮਨ ਐਸਾ ਮਾਇਆ ਦੇ ਧਿਆਨੇ ਲੱਗਿਆ, ਇੱਧਰ ਪਦਾਰਥਾਂ ਦੇ ਨਾਲ ਅਸੀਂ ਐਸਾ ਪਿਆਰ ਪਾਇਆ, ਉਹ ਅਸੀਂ ਖਿਡੌਣਿਆਂ ਦੇ ਨਾਲ ਹੀ ਪਿਆਰ ਪਾ ਲਿਆ, ਉਹਨੂੰ ਮਾਲਕ ਨੂੰ ਭੁੱਲ ਹੀ ਗਏ। ਉਹ ਇੰਨਾ ਖਿਡੌਣਿਆਂ ਨਾਲ ਪਿਆਰ ਪਾ ਲਿਆ ਵੀ ਉਹ ਖਿਡੌਣੇ ਹੀ ਮੰਗੀ ਜਾਂਦੇ, ਮਾਲਕ ਨੂੰ ਪਰਮਾਤਮਾ ਨੂੰ ਭੁੱਲ ਹੀ ਗਏ। ਜਿਵੇਂ ਬੱਚਾ ਹੁੰਦਾ ਉਹਨੂੰ ਖਿਡੌਣੇ ਦਿੱਤੇ ਜਾਂਦੇ ਵੀ ਚੱਲ ਖੇਡ ਲਾ, ਤੂੰ ਖੇਡੇ ਲੱਗਿਆ ਰਹੇ। ਹੁਣ ਉਹ ਬੱਚਾ ਜੇ ਖਿਡੌਣਿਆਂ ਦੇ ਵਿੱਚ ਇੰਨਾ ਹੀ ਮਗਨ ਹੋ ਜੇ ਵੀ ਉਹ ਮਾਂ ਪਿਓ ਨੂੰ ਹੀ ਭੁੱਲ ਜੇ, ਅਤੇ ਉਹ ਖਿਡੌਣੇ ਹੀ ਮੰਗੀ ਜਾਵੇ, ਮੈਨੂੰ ਆਹ ਦੇ ਦਿਓ, ਆਹ ਦੇ ਦਿਓ, ਮਾਂ ਪਿਓ ਮੈਨੂੰ ਚਾਹੀਦੇ ਹੀ ਨਹੀਂ। ਉਹੀਓ ਹਾਲਤ ਸਾਡੇ ਮਨ ਦੀ ਹੋ ਗਈ। ਆਪਾਂ ਸਾਰੇ ਬੱਚੇ ਹੀ ਹਾਂ, ਇਹ ਨਹੀਂ ਵੀ ਉਹ ਛੋਟੇ ਬੱਚੇ ਦੀ ਗੱਲ ਹੈ, ਆਪਾਂ ਸਾਰੇ ਬੱਚੇ ਹਾਂ ਪਰਮਾਤਮਾ 'ਚ। ਸੰਸਾਰ ਦੀ ਉਮਰ ਚਾਹੇ ਆਪਣੀ ਕਿੰਨੀ ਵੀ ਹੋ ਜੇ, 100 ਸਾਲ ਹੋ ਜੇ, ਰਹਿਣਾ ਆਪਾਂ ਬੱਚੇ ਹੀ ਆ ਪਰਮਾਤਮਾ ਦੇ, ਆਪਾਂ ਉਹ ਤੋਂ ਵੱਡੇ ਨਹੀਂ ਹੋ ਸਕਦੇ। ਹੁਣ ਉਹ ਅਸੀਂ ਬੱਚੇ ਪਰਮਾਤਮਾ ਦੇ, ਇੱਧਰ ਮਾਇਆ ਦੇ ਐਸੇ ਧਿਆਨੇ ਲੱਗੇ, ਐਸੇ ਖਿਡੌਣਿਆਂ ਨਾਲ ਪਿਆਰ ਪਾਇਆ ਬਈ ਬੱਚਾ ਉਹ ਛੋਟੇ ਮੰਗਦਾ, ਅਸੀਂ ਵੱਡੇ ਮੰਗਣੇ ਸ਼ੁਰੂ ਕਰਤੇ। ਉਹ ਛੋਟਾ ਹੁੰਦਾ ਉਹ ਨਿੱਕੀ ਜਿਹੀ ਕਾਰ ਮੰਗਦਾ, ਅਸੀਂ ਵੱਡੇ ਹੋ ਗਏ ਸਾਨੂੰ ਵੱਡੀ ਕਾਰ ਚਾਹੀਦੀ। ਉਹ ਛੋਟਾ ਜਿਹਾ ਘਰ ਮੰਗਦਾ, ਅਸੀਂ ਹੁਣ ਕਹਿੰਦੇ ਸਾਨੂੰ ਵੱਡਾ ਘਰ ਚਾਹੀਦਾ। ਹੈ ਇਹ ਸਾਰੇ ਖਿਡੌਣੇ ਹੀ ਨੇ, ਕਿਉਂਕਿ ਅਸੀਂ ਇੱਥੋਂ ਕੁਛ ਨਾਲ ਨਹੀਂ ਲਿਜਾ ਸਕਦੇ। ਇੱਥੇ ਦਾ ਇੱਥੇ ਜਿਵੇਂ ਬੱਚੇ ਖਿਡੌਣਿਆਂ ਨਾਲ ਖੇਡੀ ਜਾਂਦੇ, ਉਹ ਜਦੋਂ ਥੱਕ ਜਾਂਦੇ ਖਿਡੌਣੇ ਛੱਡ ਕੇ ਇੱਥੇ ਹੀ ਸੌਂ ਜਾਂਦੇ, ਵਾਪਸ ਚਲੇ ਜਾਂਦੇ। ਇਸੇ ਤਰ੍ਹਾਂ ਹੀ ਅਸੀਂ ਜਿੰਨੇ ਹੀ ਅਸੀਂ ਧਰ ਕੇ ਇੱਥੋਂ ਵਾਪਸ ਜਾਣਾ ਸਾਡੇ ਮਨ ਨੇ। ਹੁਣ ਆਪਾਂ ਨੂੰ ਫਿਰ ਸਤਿਗੁਰੂ ਸਮਝਾਉਂਦੇ ਬਈ ਇਹ ਜਿਹੜੇ ਖਿਡੌਣੇ ਸੀ, ਜਿਹੜੀਆਂ ਦਾਤਾਂ ਸੀ, ਅਸੀਂ ਦਾਤਾਂ ਦੇ ਨਾਲ ਤਾਂ ਪਿਆਰ ਪਾ ਲਿਆ, ਜਿਹਨੇ ਸਾਨੂੰ ਪੈਦਾ ਕੀਤਾ ਅਸੀਂ ਉਹਨੂੰ ਭੁੱਲ ਗਏ। ਮਹਾਰਾਜ ਕਹਿੰਦੇ ਦਾਤ ਪਿਆਰੀ ਵਿਸਰਿਆ ਦਾਤਾਰ, ਬਈ ਜਿਹੜੀਆਂ ਉਹਦੀਆਂ ਦਾਤਾਂ ਸੀ, ਸਾਡੇ ਸੰਜੋਗੀ ਸੀ, ਪਰਿਵਾਰ ਸੀ, ਧੀਆਂ ਪੁੱਤਰ ਸੀ, ਭੈਣ ਭਰਾ ਸੀ, ਉਹ ਸਾਡੇ ਸੰਜੋਗੀ ਸੀ। ਮਾਲਕ ਨੇ ਸੰਜੋਗ ਜੋੜਿਆ। ਹੁਣ ਜਿਹਨੇ ਸੰਜੋਗ ਜੋੜਿਆ, ਜਿਹਨੇ ਸਾਨੂੰ ਮਿਲਾਇਆ, ਅਸੀਂ ਉਹਨੂੰ ਹੀ ਭੁੱਲ ਗਏ, ਮਿਲਾਉਣ ਵਾਲੇ ਨੂੰ। ਅਤੇ ਇਹਨਾਂ ਦੇ ਨਾਲ ਪਿਆਰ ਪਾ ਲਿਆ ਵੀ ਸਾਡੇ ਨੇ, ਅਸੀਂ ਇਹਨਾਂ ਤੋਂ ਬਿਨਾਂ ਰਹਿ ਨਹੀਂ ਸਕਦੇ। ਅਤੇ ਗੁਰਬਾਣੀ ਗੁਰੂ ਸਤਿਗੁਰੂ ਫਿਰ ਦੱਸਦੇ ਵੀ ਤੁਹਾਡੇ ਨਹੀਂ ਹੈ, ਸੰਜੋਗ ਹੈ ਤੁਹਾਡਾ ਸਿਰਫ ਕੁਝ ਸਮੇਂ ਵਾਸਤੇ।
ਦਿਨ ਦੇ ਸਮੇਂ ਸੰਜੋਗ ਹੈ, ਜਦੋਂ ਅਸੀਂ ਇੱਥੋਂ ਵਾਪਸ ਜਾਣਾ ਸਾਡਾ ਵਿਜੋਗ ਹੋ ਜਾਣਾ। ਹੁਣ ਆਪਾਂ ਦਿਨ ਦੇ ਸਮੇਂ ਕਹਿੰਦੇ ਹਾਂ ਦੇਖੋ ਵੀ ਆਹ ਸਾਡਾ ਪਰਿਵਾਰ ਹੈ ਜੀ, ਇਹ ਮੇਰੇ ਬੱਚੇ ਨੇ, ਇਹ ਮੇਰੇ ਮਾਂ ਪਿਓ, ਇਹ ਮੇਰੇ ਭੈਣ ਭਰਾ। ਜਦੋਂ ਅਸੀਂ ਰਾਤ ਨੂੰ ਸੌਂ ਜਾਂਦੇ ਸਾਡਾ ਵਿਜੋਗ ਹੋ ਗਿਆ, ਵਿਛੜ ਗਏ, ਅਤੇ ਉਦੋਂ ਸਾਨੂੰ ਕੋਈ ਨਹੀਂ ਖਬਰ, ਕੋਈ ਨਹੀਂ ਪਤਾ ਵੀ ਸਾਡਾ ਕੌਣ ਭੈਣ ਭਰਾ ਹੈ, ਕਿੰਨੇ ਅਸੀਂ ਭੈਣ ਭਰਾ, ਕਿੰਨੇ ਸਾਡੇ ਬੱਚੇ, ਕੌਣ ਨੇ ਸਾਡੇ, ਕੌਣ ਸਾਡਾ ਮਾਂ ਪਿਓ, ਸਭ ਅਸੀਂ ਭੁੱਲ ਗਏ ਕਿਉਂਕਿ ਸਾਡਾ ਵਿਜੋਗ ਹੋ ਗਿਆ, ਵਿਛੜ ਗਏ। ਜਦੋਂ ਫੇਰ ਆਉਂਦੇ ਇੱਧਰ ਮਾਇਆ ਦੇ ਘਰ 'ਚ, ਅਤੇ ਫਿਰ ਅਸੀਂ ਕਹਿੰਦੇ ਹਾਂ ਵੀ ਸਾਡਾ। ਸਤਿਗੁਰੂ ਇਸ ਲਈ ਫਿਰ ਸਮਝਾਉਂਦੇ, ਕਹਿੰਦੇ ਵੀ ਇਹ ਹੈ ਤਾਂ ਸੰਜੋਗ ਹੈ, ਪਰ ਮਨਮੁਖ ਕਹਿੰਦਾ ਵੀ ਮੇਰੇ ਨਹੀਂ। ਮਹਾਰਾਜ ਕਹਿੰਦੇ ਧੀਆਂ ਪੂਤ ਸੰਜੋਗ ਮਨਮੁਖ ਜਾਣੇ ਆਪਣੇ, ਮਨਮੁਖ ਕਹਿੰਦਾ ਮੇਰੇ ਨੇ। ਸਤਿਗੁਰੂ ਕਹਿੰਦੇ ਵੀ ਇਹ ਸੰਜੋਗ ਹੈ, ਪਿਛਲੇ ਜਨਮਾਂ ਦੇ ਅਸੀਂ ਸੰਜੋਗੀ ਇਕੱਠੇ ਹੋਏ ਹਾਂ, ਇਹਨਾਂ ਦੇ ਵਿੱਚੋਂ ਸਾਡੇ ਨਾਲ ਅੰਤ ਸਮੇਂ ਕਿਸੇ ਨੇ ਸਹਾਈ ਨਹੀਂ ਹੋਣਾ। ਇਹ ਸਾਡਾ ਸਾਰਿਆਂ ਦਾ ਆਪੋ ਆਪਣਾ ਖੇਲ ਹੈ, ਅਸੀਂ ਇਕੱਲੇ ਆਏ ਹਾਂ, ਇਕੱਲਿਆਂ ਨਹੀਂ ਇੱਥੋਂ ਵਾਪਸ ਜਾਣਾ, ਸਾਡੇ ਨਾਲ ਨਹੀਂ ਕਿਸੇ ਨੇ ਜਾਣਾ। ਮਹਾਰਾਜ ਕਹਿੰਦੇ ਮਾਤ ਪਿਤਾ ਸੁਤ ਬੰਧ ਪੈਸ਼ਟ ਮੀਤ ਔਰ ਭਾਈ, ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤੇ ਕੋ ਨਾ ਸਹਾਈ। ਬਈ ਇਹ ਮਾਤਾ ਪਿਤਾ ਭੈਣ ਭਰਾ ਦੋਸਤ ਮਿੱਤਰ ਸੰਗੀ ਸਾਥੀ ਰਿਸ਼ਤੇਦਾਰ, ਇਹ ਸਭ ਸਾਡਾ ਸੰਜੋਗ ਹੈ, ਪਿਛਲੇ ਜਨਮਾਂ ਦੇ ਸੰਜੋਗੀ ਹਾਂ ਅਸੀਂ। ਹੁਣ ਇਹ ਸੰਜੋਗ ਨੂੰ ਜੇ ਅਸੀਂ ਅੱਗੇ ਨਹੀਂ ਵਧਾਉਂਦੇ, ਅਸੀਂ ਗੁਰੂ ਦੀ ਮੱਤ ਨਹੀਂ ਲੈਂਦੇ, ਤਾਂ ਇਹ ਸਾਡਾ ਵਿਜੋਗ ਹੋਏਗਾ ਹੀ ਹੋਏਗਾ, ਅਸੀਂ ਵਿਛੜਾਂਗੇ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਇੱਕ ਨਾਵ ਦੇ ਉੱਤੇ ਜੀਵ ਸਵਾਰ ਹੋ ਜਾਂਦੇ। ਨਦੀ ਤੋਂ ਜਦੋਂ ਇੱਕ ਕਿਨਾਰੇ ਤੋਂ ਦੂਸਰੇ ਕਿਨਾਰੇ ਜਾਣਾ ਹੋਵੇ, ਉਹ ਇੱਕ ਬੇੜੇ 'ਤੇ ਜੀਵ ਸਵਾਰ ਹੋ ਜਾਂਦੇ ਕਿ ਨਹੀਂ। ਜਦੋਂ ਇੱਕ ਕਿਨਾਰੇ ਤੋਂ ਦੂਸਰੇ ਕਿਨਾਰੇ ਚਲੇ ਜਾਂਦੇ, ਫਿਰ ਉਹ ਆਪੋ ਆਪਣੇ ਰਾਹੀਂ ਆਪੋ ਆਪਣੇ ਘਰਾਂ ਜਾ ਵੜਦੇ, ਫਿਰ ਉਹ ਦੁਬਾਰਾ ਸਾਰੇ ਇਕੱਠੇ ਨਹੀਂ ਹੁੰਦੇ ਇੱਕ ਥਾਂ 'ਤੇ। ਇਸੇ ਤਰ੍ਹਾਂ ਹੀ ਸਤਿਗੁਰੂ ਕਹਿੰਦੇ ਵੀ ਇਹ ਸਾਡਾ ਸੰਜੋਗ ਹੈ। ਜੇ ਹੁਣ ਅਸੀਂ ਨਾ ਜਾਗੇ, ਗੁਰੂ ਦੀ ਮੱਤ ਨਾ ਲਈ, ਜੇ ਅਸੀਂ ਪਰਮਾਤਮਾ ਵਾਹਿਗੁਰੂ ਦੇ ਸਨਮੁਖ ਨਾ ਹੋਏ, ਅਤੇ ਸਾਡਾ ਵਿਛੋੜਾ ਪੈ ਜਾਣਾ, ਅਤੇ ਫਿਰ ਅਸੀਂ ਮਿਲਣਾ ਨਹੀਂ ਹੈ। ਮਹਾਰਾਜ ਕਹਿੰਦੇ ਕਬੀਰ ਨੌਬਤ 10 ਦਿਨ ਲਿਹੋ ਵਜਾਏ, ਨਦੀ ਨਾਵ ਸੰਜੋਗ ਜਿਉਂ ਬੌੜ ਨਾ ਮਿਲੀਏ ਆਏ। ਬਈ ਇਹ ਸਾਡਾ ਥੋੜ੍ਹੇ ਸਮੇਂ ਦਾ ਹੀ ਸੰਜੋਗ ਹੈ, ਸਦਾ ਲਈ ਨਹੀਂ। ਜੇ ਅਸੀਂ ਆਖੀਏ ਵੀ ਅਸੀਂ ਸਦਾ ਹੀ ਇਕੱਠੇ ਰਵਾਂਗੇ ਜੀ, ਅਸੀਂ ਮੁਸਾਫਰ ਹਾਂ, ਸਫ਼ਰ 'ਤੇ ਹਾਂ, ਅਤੇ ਇਹ ਨਹੀਂ ਪਤਾ ਵੀ ਸਫ਼ਰ ਕਿਹਦਾ ਛੇਤੀ ਮੁੱਕ ਜਾਣਾ, ਸਮਾਂ ਕਦੋਂ ਸਾਡਾ ਖਤਮ ਹੋ ਜਾਣਾ। ਤਾਂ ਮਹਾਰਾਜ ਕਹਿੰਦੇ ਵੀ ਅਸੀਂ ਪਿਛਲੇ ਜਨਮਾਂ ਦੇ ਸੰਜੋਗੀ ਇਕੱਠੇ ਹੋਏ ਹਾਂ। ਜਿਵੇਂ ਹੁਣ ਆਪਣਾ ਸਾਰਿਆਂ ਦਾ ਸੰਜੋਗ ਹੈ ਪਿਛਲਾ, ਆਪਾਂ ਸਾਰੇ ਪੁਰਾਣੇ ਸੰਜੋਗੀ ਹਾਂ, ਤਾਂ ਆਪਾਂ ਸੰਗਤ 'ਚ ਇਕੱਠੇ ਹੁੰਦੇ ਹਾਂ। ਜੇ ਸਾਡਾ ਸੰਜੋਗ ਨਾ ਹੋਵੇ, ਸੰਜੋਗ ਤੋਂ ਬਿਨਾਂ ਇਹ ਸਾਨੂੰ ਸਤ ਸੰਗਤ ਨਹੀਂ ਮਿਲਦੀ। ਹੁਣ ਜਦੋਂ ਆਪਾਂ ਪਿਛਲੇ ਜਨਮਾਂ ਦੇ ਸੰਜੋਗੀ ਇਕੱਠੇ ਹੋ ਗਏ, ਹੁਣ ਸਤਿਗੁਰੂ ਕਹਿੰਦੇ ਇਸ ਸੰਜੋਗ ਨੂੰ ਅੱਗੇ ਵਧਾਓ। ਅੱਗੇ ਕਿਵੇਂ ਵਧਾਈਏ ਵੀ ਧੁਰ ਦਰਗਾਹ ਤੱਕ ਨਿਭੇ, ਅਸੀਂ ਇੱਥੇ ਵੀ ਇਕੱਠੇ ਅਤੇ ਆਪਦੇ ਘਰ ਜਾ ਕੇ ਵੀ ਇਕੱਠੇ ਹੋ ਜਾਈਏ। ਉਹਦੇ ਵਾਸਤੇ ਫਿਰ ਕੀ ਕਰੀਏ? ਕਹਿੰਦੇ ਇਕੱਠੇ ਹੋ ਕੇ ਸਿਮਰਨ ਕਰੋ, ਇਕੱਠੇ ਹੋ ਕੇ ਬ੍ਰਹਮ ਦੀ ਵਿਚਾਰ ਕਰੋ, ਪਰਮਾਤਮਾ ਦੀ। ਇਹਦੇ ਨਾਲ ਸਾਡਾ ਸੰਜੋਗ ਹੈ ਜਿਹੜਾ ਇਹ ਅੱਗੇ ਵੱਧਦਾ, ਫਿਰ ਇਹ ਧੁਰ ਦਰਗਾਹ ਤੱਕ ਨਿਭਦਾ, ਫਿਰ ਅਸੀਂ ਵਿਛੜਦੇ ਨਹੀਂ। ਸਤਿਗੁਰੂ ਕਹਿੰਦੇ ਸਹੀ ਸੰਜੋਗ ਕਰੋ ਮੇਰੇ ਪਿਆਰੇ, ਜਿਤ ਰਸਨਾ ਹਰ ਨਾਮ ਉਚਾਰੇ। ਜਦੋਂ ਹੁਣ ਆਪਾਂ ਇਕੱਠੇ ਮਿਲ ਕੇ ਸਿਮਰਨ ਕਰਦੇ ਹਾਂ, ਪਰਮਾਤਮਾ ਦੀ ਵਿਚਾਰ ਕਰਦੇ ਹਾਂ, ਵਾਹਿਗੁਰੂ ਦੇ ਗੁਣ ਗਾਉਂਦੇ ਹਾਂ, ਫਿਰ ਇਹ ਸਾਡਾ ਸੰਜੋਗ ਹੈ ਜਿਹੜਾ ਇਹ ਅੱਗੇ ਵੱਧਦਾ, ਫਿਰ ਸਾਡਾ ਆਤਮਿਕ ਪ੍ਰੇਮ ਪੈ ਜਾਂਦਾ। ਇਹਦੇ ਵਿੱਚ ਕੋਈ ਸੰਸਾਰ ਦਾ ਸਵਾਰਥ ਨਹੀਂ ਹੁੰਦਾ। ਸਤ ਸੰਗਤ ਦੇ ਵਿੱਚ ਜਦੋਂ ਅਸੀਂ ਆਉਂਦੇ ਹਾਂ, ਸਾਨੂੰ ਇਹੀਓ ਗਿਆਨ ਦਿੱਤਾ ਜਾਂਦਾ, ਇਹੀਓ ਸਾਨੂੰ ਸਮਝਾਇਆ ਜਾਂਦਾ ਵੀ ਸੰਸਾਰ ਦਾ ਜਿਹੜਾ ਪਿਆਰ
ਜਿਹਨੂੰ ਅਸੀਂ ਕਹਿੰਦੇ ਸਾਡਾ ਪਰਿਵਾਰ, ਉਹਦੇ ਵਿੱਚ ਸਵਾਰਥ ਹੁੰਦਾ। ਚਾਹੇ ਸਾਡੇ ਬੱਚੇ ਨੇ, ਚਾਹੇ ਭੈਣ ਭਰਾ ਨੇ, ਚਾਹੇ ਸਾਡੇ ਮਾਂ ਪਿਓ ਨੇ, ਸਾਨੂੰ ਕੋਈ ਨਾ ਕੋਈ ਉਹਨਾਂ ਤੱਕ ਸਵਾਰਥ ਹੁੰਦਾ। ਜਿਵੇਂ ਬੱਚੇ, ਉਹਨਾਂ ਨੂੰ ਸਵਾਰਥ ਵੀ ਸਾਡੇ ਮਾਂ ਪਿਓ ਸਾਡੇ ਲਈ ਸਾਨੂੰ ਕਰਕੇ ਦੇਣ, ਵੱਧ ਤੋਂ ਵੱਧ ਜੋੜ ਕੇ ਦੇਣ ਧਨ। ਹੁਣ ਜੇ ਮਾਂ ਪਿਓ ਇੱਕ ਬੱਚੇ ਨੂੰ ਕਹਿਣ ਵੀ ਤੈਨੂੰ ਅਸੀਂ ਦੇ ਦਿੰਦੇ ਹਾਂ, ਦੂਜੇ ਨੂੰ ਆਖੀ ਵੀ ਤੈਨੂੰ ਨਹੀਂ ਦੇਣਾ ਕੁਛ, ਅਤੇ ਉਦੋਂ ਹੀ ਗੁੱਸੇ ਹੋ ਜਾਂਦਾ, ਉਦੋਂ ਹੀ ਫਿੱਕੇ ਬੋਲ ਬੋਲਣੇ ਸ਼ੁਰੂ ਕਰ ਦੇਗਾ ਵੀ ਤੂੰ ਤਾਂ ਸਾਡੇ ਮਾਂ ਪਿਓ ਹੀ ਹੈ ਨਹੀਂ, ਤੁਸੀਂ ਸਾਡੇ ਮੇਰੇ। ਕਿਉਂਕਿ ਇਹ ਜਿਹੜਾ ਪਿਆਰ, ਇਹਨੂੰ ਕਹਿੰਦੇ ਮਾਇਆ ਦਾ ਪਿਆਰ, ਝੂਠਾ ਪਿਆਰ। ਇਹ ਜਗਤ ਦੀ ਪ੍ਰੀਤ ਤਾਂ ਸਤਿਗੁਰ ਕਹਿੰਦੇ ਵੀ ਝੂਠੀ ਹੈ। ਵੀ ਇੱਥੇ ਜੀਵ ਆਪੋ ਆਪਣੇ ਸਵਾਰਥ ਕਰਕੇ, ਸੁੱਖਾਂ ਕਰਕੇ ਇੱਕ ਦੂਸਰੇ ਨਾਲ ਬੱਝੇ ਹੋਏ ਨੇ, ਹੋਰ ਕੋਈ ਆਤਮਿਕ ਤੌਰ 'ਤੇ ਪ੍ਰੇਮ ਨਹੀਂ ਕਰਦੇ। ਉਹ ਸਤਿਗੁਰੂ ਕਹਿੰਦੇ ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁੱਖ ਸਿਉ ਹੀ ਸਭ ਲਾਗਿਓ, ਕਿਆ ਦਾਰਾ ਕਿਆ ਮੀਤ। ਬਈ ਇੱਥੇ ਜੀਵ ਆਪੋ ਆਪਣੇ ਸੁੱਖਾਂ ਕਰਕੇ ਇੱਕ ਦੂਸਰੇ ਨਾਲ ਬੱਝੇ ਹੋਏ ਨੇ, ਸਵਾਰਥ ਕਰਕੇ। ਬਈ ਸਾਨੂੰ ਇਹ ਤੋਂ ਇਹ ਸਵਾਰਥ ਹੈ ਸਾਡਾ ਪੂਰਾ ਹੁੰਦਾ, ਅਤੇ ਜਦੋਂ ਦੇਖਿਆ ਸਵਾਰਥ ਨਹੀਂ ਪੂਰਾ ਹੁੰਦਾ, ਉਹਦੇ ਉਲਟ ਹੋ ਜਾਂਦੇ, ਉਹਦੇ ਖਿਲਾਫ ਹੋ ਜਾਂਦੇ। ਜਿਹਨੂੰ ਕਹਿੰਦੇ ਸੀ ਪਹਿਲਾਂ ਬਹੁਤ ਪਿਆਰ ਕਰਦੇ ਆ, ਉਹਨੇ ਫਿੱਕੇ ਬੋਲ ਬੋਲਣਗੇ, ਉਹਦੀ ਨਿੰਦਿਆ ਸ਼ੁਰੂ ਕਰ ਦੇਣ, ਉਹਦੀ ਬੁਰਾਈ ਕਰਨੀ ਸ਼ੁਰੂ ਕਰ ਦੇਣਗੇ। ਉਹ ਚਾਹੇ ਮਾਂ ਪਿਓ ਹੈ, ਚਾਹੇ ਭੈਣ ਭਰਾ ਹੈ, ਕੋਈ ਵੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਵੀ ਇਹ ਜਿਹੜੀ ਪ੍ਰੀਤ, ਇਹ ਪਿਆਰ, ਇਹ ਝੂਠਾ ਹੈ, ਇਹ ਤੋੜ ਨਹੀਂ ਨਿਭਦਾ, ਇਹ ਧੁਰ ਤੱਕ ਨਹੀਂ ਨਿਭਦਾ। ਧੁਰ ਤੱਕ ਕੀ ਨਿਭਣਾ, ਇਹ ਤਾਂ ਇੱਥੇ ਹੀ ਟੁੱਟ ਜਾਂਦਾ। ਅਤੇ ਜਦੋਂ ਆਪਾਂ ਸਤ ਸੰਗਤ ਕਰਦੇ ਹਾਂ, ਸਿਮਰਨ ਕਰਦੇ ਹਾਂ, ਸੰਜੋਗ ਜੋ ਸਤਿਗੁਰੂ ਸਾਨੂੰ ਕਹਿ ਰਹੇ ਵੀ ਇਹ ਜੋੜੋ, ਫਿਰ ਇਹਦੇ ਵਿੱਚ ਸਾਡਾ ਆਤਮਿਕ ਪ੍ਰੇਮ ਹੁੰਦਾ, ਇਹਦੇ ਵਿੱਚ ਸਾਨੂੰ ਕੋਈ ਸਵਾਰਥ ਨਹੀਂ ਹੁੰਦਾ। ਸਤ ਸੰਗਤ ਆਪਾਂ ਕਰਦੇ ਹਾਂ, ਸਿਮਰਨ ਕਰਦੇ ਹਾਂ, ਵਿਚਾਰ ਕਰਦੇ ਹਾਂ, ਆਪਾਂ ਨੂੰ ਕੋਈ ਸਵਾਰਥ ਥੋੜ੍ਹੀ ਹੈ, ਆਪਾਂ ਕਿਹੜਾ ਕਿਸੇ ਤੋਂ ਕੁਛ ਲੈਣਾ ਹੈ। ਜ਼ਿਆਦਾ ਹੋਵੇ ਵੀ ਇਹਦੇ ਵਿੱਚ ਵੀ ਆਪਾਂ ਨੂੰ ਕੋਈ ਸਵਾਰਥ ਹੈ ਜੀ, ਵੀ ਸਾਨੂੰ ਕੋਈ ਪੈਸੇ ਮਿਲਦੇ ਨੇ, ਜਾਂ ਸਾਨੂੰ ਕੋਈ ਸੰਸਾਰ ਦੇ ਪਦਾਰਥ ਮਿਲਦੇ ਨੇ, ਇਹ 'ਚ ਕੋਈ ਆਪਾਂ ਨੂੰ ਸਵਾਰਥ ਨਹੀਂ ਹੈ ਸੰਸਾਰਥ। ਨਾ ਹੀ ਇਹਦੇ ਵਿੱਚ ਆਪਣੀ ਕੋਈ ਮੰਗ ਹੁੰਦੀ ਹੈ ਵੀ ਆਪਾਂ ਇਸ ਕਰਕੇ ਥੋੜ੍ਹੀ ਕਰਦੇ ਹਾਂ ਵੀ ਸਾਨੂੰ ਵੀ ਆਹ ਸੰਸਾਰ ਦੇ ਪਦਾਰਥ ਮਿਲਣ ਜੀ, ਜਾਂ ਸਾਨੂੰ ਮਾਇਆ ਮਿਲੇ ਅਸੀਂ ਤਾਂ ਕਰਦੇ ਹਾਂ। ਇਹ ਆਤਮਿਕ ਪ੍ਰੇਮ ਹੁੰਦਾ। ਪ੍ਰੇਮ ਦੇ ਵਿੱਚ ਆ ਕੇ ਮਾਲਕ ਦੇ ਗੁਣ ਗਾਏ ਜਾਂਦੇ, ਪ੍ਰੀਤ ਦੇ ਵਿੱਚ। ਇਹ ਉਹੀਓ ਗੁਰਮੁਖ ਜਾਣਦੇ ਜਿਨ੍ਹਾਂ ਦੀ ਮਾਲਕ ਦੇ ਨਾਲ ਪ੍ਰੀਤ ਹੈਗੀ ਹੈ। ਜਿਹੜਾ ਦੂਸਰਾ ਉਹ ਇਹ ਗੱਲ ਨੂੰ ਨਹੀਂ ਸਮਝੇਗਾ, ਉਹਨੇ ਤਾਂ ਕਹਿਣਾ ਵੀ ਇਹਨਾਂ ਨੂੰ ਕੋਈ ਨਾ ਕੋਈ ਸਵਾਰਥ ਹੀ ਹੋਣਾ, ਵੀ ਇਹਨਾਂ ਨੂੰ ਕੁਛ ਨਾ ਕੁਛ ਮਿਲਦਾ ਹੋਣਾ। ਨਹੀਂ, ਕੌਣ ਕਰਦਾ ਇੱਦਾਂ? ਕਿਉਂਕਿ ਅਸੀਂ ਸਿੱਖਿਆ ਹੀ ਇਹ ਸੰਸਾਰ ਦੇ ਵਿੱਚ, ਸਾਨੂੰ ਸਿੱਖਿਆ ਹੀ ਇਹ ਮਿਲੀ ਹੈ ਬਈ ਅਸੀਂ ਕੰਮ ਤਾਂ ਕਰਾਂਗੇ ਜੇ ਸਾਨੂੰ ਕੋਈ ਕੁਛ ਮਿਲੇਗਾ। ਬਿਨਾਂ ਸਵਾਰਥ ਤੋਂ ਅਸੀਂ ਕੋਈ ਕੰਮ ਕਰਦੇ ਹੀ ਨਹੀਂ। ਇਸ ਵਾਸਤੇ ਫਿਰ ਆਪਾਂ ਨੂੰ ਸਤਿਗੁਰੂ ਸਿਖਾਉਂਦੇ ਪ੍ਰੇਮ ਦਾ ਮਾਰਗ, ਜੋ ਗੁਰੂ ਘਰ ਨੇ, ਸਤ ਸੰਗਤ, ਇਹਨੂੰ ਸਤਿਗੁਰ ਦਾ ਸਕੂਲ ਕਹਿੰਦੇ। ਸਤਿਗੁਰ ਦੇ ਸਕੂਲ ਦੇ ਵਿੱਚ ਆ ਕੇ ਅਸੀਂ ਇਹ ਪ੍ਰੇਮ ਸਿੱਖਣਾ ਹੁੰਦਾ। ਇਹ ਪਰਮਾਤਮਾ ਦੇ ਗੁਣ ਅਸੀਂ ਸਿੱਖਣੇ ਹੁੰਦੇ। ਇਹ ਹੁਣ ਮਾਲਕ ਦਾ ਗੁਣ ਹੈ। ਦੇਖੋ, ਮਾਲਕ ਨੂੰ ਸਾਡੇ ਤੱਕ ਕੀ ਸਵਾਰਥ ਹੈ, ਉਹ ਫਿਰ ਵੀ ਸਾਨੂੰ ਪ੍ਰੇਮ ਕਰਦਾ। ਹੁਣ ਆਪਾਂ ਪਰਮਾਤਮਾ ਨੂੰ ਕੀ ਦੇ ਸਕਦੇ, ਪਰ ਉਹ ਫਿਰ ਵੀ ਸਾਡੀ ਪਾਲਣਾ ਪੋਸ਼ਣਾ ਕਰਦਾ, ਫਿਰ ਵੀ ਉਹ ਸਾਨੂੰ ਦਾਤਾਂ ਦਿੰਦਾ। ਇਹੋ ਗੁਣ ਫਿਰ ਗੁਰਮੁਖਾਂ ਦੇ ਵਿੱਚ ਆ ਜਾਂਦਾ, ਜਿਹੜੇ ਮਾਲਕ ਦੀ ਅਰਾਧਨਾ ਕਰਦੇ ਪਰਮਾਤਮਾ ਦੀ। ਜਿਹੜਾ ਗੁਣ ਵਾਹਿਗੁਰੂ 'ਚ ਉਹੀਓ ਗੁਣ ਗੁਰਮੁਖਾਂ ਦੇ ਅੰਦਰ ਵੀ ਆ ਜਾਂਦੇ। ਜਿਵੇਂ ਪਰਮਾਤਮਾ ਨੂੰ ਸਾਡੇ ਤੱਕ ਕੋਈ ਸਵਾਰਥ ਨਹੀਂ, ਉਹ ਫਿਰ ਵੀ ਪਰਉਪਕਾਰ ਕਰਦਾ, ਇਸੇ ਤਰ੍ਹਾਂ ਗੁਰਮੁਖਾਂ ਨੂੰ ਵੀ ਸਾਡੇ ਤੱਕ ਕੋਈ ਸਵਾਰਥ ਨਹੀਂ ਹੁੰਦਾ, ਉਹ ਫਿਰ ਵੀ ਸਾਡੇ 'ਤੇ ਪਰਉਪਕਾਰ ਕਰਦੇ। ਉਹ ਫਿਰ ਵੀ ਸਾਨੂੰ ਭੇਜ ਦਿੰਦੇ ਮਾਲਕ ਦਾ, ਪਰਮਾਤਮਾ ਦਾ, ਵੀ ਇਹ ਸੁਖੀ ਹੋ ਜਾਣ, ਬਈ ਇਹਨਾਂ ਦੇ ਮਨਾਂ ਨੂੰ ਸ਼ਾਂਤੀ ਆ ਜੇ। ਜੋ ਇਹ ਤੜਫਦੇ ਨੇ, ਜੋ ਇਹ ਦੁਰਮਤ ਦੀ ਅਗਨ ਦੇ ਵਿੱਚ ਸੜਦੇ ਪਏ ਨੇ, ਇਹਨਾਂ ਦੇ ਮਨ ਨੂੰ ਸ਼ਾਂਤੀ ਆ ਜੀ, ਇਹਨਾਂ ਦੇ ਪਰਿਵਾਰਾਂ 'ਚ ਸੁੱਖ ਸ਼ਾਂਤੀ ਆ ਜੀ।
ਉਹਨਾਂ ਦਾ ਹੋਰ ਕੋਈ ਸਵਾਰਥ ਥੋੜ੍ਹੀ ਹੁੰਦਾ, ਉਹਨਾਂ ਨੇ ਕਿਹੜਾ ਆਪਾਂ ਤੋਂ ਕੁਛ ਲੈਣਾ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਇਹ ਪਿਆਰ ਦਾ ਜਿਹੜਾ ਮਾਰਗ, ਇਹ ਸਾਨੂੰ ਫਿਰ ਸਤਸੰਗ ਦੇ ਵਿੱਚ ਆ ਕੇ ਭੇਤ ਆਉਂਦਾ ਵੀ ਇਹ ਰਸਤਾ ਹੈ ਪਿਆਰ ਦਾ, ਜਿਹਨੂੰ ਮਹਾਰਾਜ ਕਹਿੰਦੇ ਪੰਥਾ ਪ੍ਰੇਮ ਨਾ ਜਾਣੇ ਭੁੱਲੀ ਫਿਰੇ ਗਵਾਰ। ਵੀ ਜਿਹੜਾ ਪ੍ਰੇਮ ਦਾ ਮਾਰਗ ਅਸੀਂ ਭੁੱਲ ਚੁੱਕੇ ਹਾਂ, ਜਿਹੜਾ ਛੱਡ ਚੁੱਕੇ ਹਾਂ, ਉਹ ਸਾਨੂੰ ਸਤਸੰਗ 'ਚ ਆ ਕੇ ਭੇਤ ਆਉਣਾ ਸੀ, ਗੁਰੂ ਘਰ ਆ ਕੇ ਭੇਤ ਆਉਣਾ ਸੀ। ਪਰ ਉਹ ਸਾਨੂੰ ਭੇਤ ਕਿਉਂ ਨਹੀਂ ਆਉਂਦਾ? ਹੁਣ ਜਿੱਥੇ ਪਿਆਰ ਦਾ ਮਾਰਗ ਸਮਝਾਇਆ ਜਾਣਾ ਸੀ, ਜੇ ਉੱਥੇ ਹੀ ਦੁਬਦਾ ਪਈ ਹੋਵੇ, ਜਿਨ੍ਹਾਂ ਨੇ ਸਾਨੂੰ ਇਹ ਖੇਲ ਦੱਸਣਾ ਸੀ, ਜੇ ਉਹੀਓ ਵੈਰ ਵਿਰੋਧ, ਉਹੀਓ ਲੜਾਈਆਂ ਝਗੜੇ ਕਰੀ ਜਾਣ, ਇਹ ਉਹ ਆਪਾਂ ਨੂੰ ਥੋੜ੍ਹੀ ਸਮਝਾਉਣਗੇ ਪਿਆਰ ਦਾ ਮਾਰਗ। ਉਹ ਤਾਂ ਆਪ ਹੀ ਵੈਰ ਵਿਰੋਧ 'ਚ ਪਏ ਨੇ, ਉਹ ਤਾਂ ਆਪ ਹੀ ਈਰਖਾ ਨਫ਼ਰਤ ਦੇ ਵਿੱਚ ਪਏ ਨੇ, ਉਹ ਤਾਂ ਆਪ ਹੀ ਧੜਿਆਂ ਦੇ ਵਿੱਚ ਵੰਡੇ ਹੋਏ ਨੇ। ਇਸ ਵਾਸਤੇ ਫਿਰ ਆਪਾਂ ਨੂੰ ਸਤਿਗੁਰੂ ਸਮਝਾਉਂਦੇ ਵੀ ਇਹ ਸਕੂਲ ਹੈ ਸਤਸੰਗਤ, ਸਤ ਸੰਗਤ ਸਤਿਗੁਰ ਚਟਸਾਲ ਹੈ, ਜਿਤ ਹਰ ਗੁਣ ਸਿੱਖਾਂ। ਵੀ ਜਿੱਥੋਂ ਆ ਕੇ ਅਸੀਂ ਸਿੱਖਣਾ। ਹੁਣ ਆਮ ਜੀਵ ਹੈ ਜਿਹੜਾ, ਉਹ ਤਾਂ ਇਹੋ ਸਮਝਦਾ ਵੀ ਪਿਆਰ ਤਾਂ ਮੈਂ ਸਿੱਖਿਆ ਹੀ ਹੋਇਆ, ਵੀ ਮੈਨੂੰ ਸਿੱਖਿਆ ਸਿਖਾਇਆ ਹੀ। ਹੁਣ ਉਹ ਸਿੱਖਿਆ ਵੀ ਅਸੀਂ ਕਿੱਥੋਂ ਆ? ਸੰਸਾਰ ਦੇ ਵਿੱਚੋਂ। ਜੋ ਅਸੀਂ ਦੇਖਿਆ ਉਹੀਓ ਅਸੀਂ ਸਿੱਖਿਆ। ਜਿਵੇਂ ਜੀਵ ਹੁਣ ਯੁੱਗ ਹੈ ਕਲਾ ਦਾ, ਜੀਵ TV ਦੇਖਦਾ ਹੈ, ਮੋਬਾਇਲ ਦੇਖਦਾ ਹੈ, ਉਹਦੇ 'ਤੇ ਜੋ ਦਿਖਾਉਂਦੇ ਉਹ ਤੋਂ ਸਿੱਖਦਾ। ਉਹ ਚੀਜ਼, ਜੋ ਚੀਜ਼ ਉਹ ਦਿਖਾ ਰਹੇ ਤੇ ਉਹ ਜੀਵ ਸਮਝਦਾ ਵੀ ਮੈਨੂੰ ਪਿਆਰ ਕਰਨਾ ਆਉਂਦਾ ਹੀ, ਵੀ ਮੈਂ ਤਾਂ ਸਭ ਨੂੰ ਪਿਆਰ ਕਰਦਾ, ਮੈਨੂੰ ਹੀ ਕੋਈ ਪਿਆਰ ਨਹੀਂ ਕਰਦਾ। ਹੁਣ ਇਹ ਜਿਹੜਾ ਪ੍ਰੇਮ ਹੈ, ਇਹ ਜਿੱਦਾਂ ਦਾ ਸਾਡਾ ਮਨ ਵੈਰ ਵਿਰੋਧ ਵਾਲਾ, ਉਹਦੇ ਵਿੱਚ ਪ੍ਰੇਮ ਪੈਦਾ ਹੁੰਦਾ ਹੀ ਨਹੀਂ। ਜਦ ਤੱਕ ਸਾਡਾ ਮਨ ਮੈਲਾ ਹੈ, ਉਹਨਾਂ ਸਮਾਂ ਅਸੀਂ ਆਖਾਂਗੇ ਵੀ ਸਾਡੇ ਅੰਦਰ ਪ੍ਰੇਮ ਪੈਦਾ ਹੋ ਜੇ। ਉਹ ਪ੍ਰੇਮ ਨਹੀਂ ਹੈ, ਉਹ ਸਵਾਰਥ, ਉਹ ਤ੍ਰਿਸ਼ਨਾ ਹੈ। ਪ੍ਰੇਮ ਸਾਡੇ ਅੰਦਰ ਫੇਰ ਪੈਦਾ ਹੁੰਦਾ ਜਦੋਂ ਸਾਡਾ ਮਨ ਸ਼ੁੱਧ ਹੁੰਦਾ, ਜਦੋਂ ਸਾਡਾ ਮਨ ਪਵਿੱਤਰ ਹੁੰਦਾ, ਜਦੋਂ ਸਾਡਾ ਮਨ ਨਿਰਮਲ ਹੋ ਜਾਂਦਾ। ਉਹ ਨਿਰਮਲ ਸਾਡਾ ਮਨ ਹੋਣਾ ਸਤ ਸੰਗਤ ਕਰਕੇ, ਸਿਮਰਨ ਕਰਕੇ, ਗੁਰੂ ਦੀ ਮੱਤ ਲੈ ਕੇ। ਜਦੋਂ ਅਸੀਂ ਗੁਰੂ ਦੀ ਮੱਤ ਲਵਾਂਗੇ, ਸਿਮਰਨ ਅਭਿਆਸ ਕਰਾਂਗੇ, ਅਤੇ ਫਿਰ ਸਤਿਗੁਰੂ ਸਾਨੂੰ ਪ੍ਰੇਮ ਸਿਖਾਉਂਦੇ ਬਈ ਇਹ ਪ੍ਰੇਮ ਦਾ ਮਾਰਗ ਹੈ, ਪਰਮਾਤਮਾ ਨੂੰ ਅਸੀਂ ਮਿਲਣਾ ਹੈ, ਅਤੇ ਫਿਰ ਹੀ ਸਾਡੇ ਹਿਰਦੇ ਵਿੱਚ ਉਹ ਪ੍ਰੇਮ ਪ੍ਰਗਟ ਹੁੰਦਾ। ਜਿਹੜਾ ਜੀਵ ਹੁਣ ਸਤ ਸੰਗਤ ਨਹੀਂ ਕਰਦਾ, ਸਿਮਰਨ ਨਹੀਂ ਕਰਦਾ, ਉਹ ਆ ਕੇ ਮੈਂ ਪਿਆਰ ਕਰਦਾ, ਉਹ ਬੜਾ ਝੂਠਾ ਹੈ। ਪਿਆਰ ਉਹਨੇ ਕਿਸੇ ਹੋਰ ਨਾਲ ਤਾਂ ਕਰਨਾ ਕੀ, ਉਹ ਤਾਂ ਆਪਦੇ ਆਪ ਨਾਲ ਨਹੀਂ ਪਿਆਰ ਕਰਦਾ। ਜਿਹੜਾ ਆਪਦਾ ਆਪਾ ਨਹੀਂ ਸਵਾਰ ਸਕਦਾ, ਜਿਹੜਾ ਆਪਦੀ ਕਿਰਿਆ ਨਹੀਂ ਖੁਦ ਸੋਧ ਸਕਦਾ, ਉਹ ਕਿਸੇ ਨਾਲ ਹੋਰ ਕੀ ਪਿਆਰ ਕਰੇਗਾ। ਆਪਣਾ ਆਪਾ ਸਵਾਰਨ ਦਾ ਭਾਵ ਹੁੰਦਾ ਵੀ ਜਿਹੜਾ ਆਪਦਾ ਮਨ ਨਹੀਂ ਸ਼ੁੱਧ ਕਰ ਸਕਦਾ, ਜਿਹੜਾ ਆਪਦਾ ਮਨ ਨਿਰਮਲ ਨਹੀਂ ਕਰ ਸਕਦਾ, ਜਿਹਦੇ ਅੰਦਰ ਖੁਦ ਦਇਆ ਨਹੀਂ, ਜਿਹਦੇ ਅੰਦਰ ਨਰਮਤਾਈ, ਸਹਿਣਸ਼ੀਲਤਾ, ਸਬਰ, ਸੰਤੋਖ ਨਹੀਂ ਹੈ, ਜਿਹਦੇ ਅੰਦਰ ਦਇਆ ਪਰਉਪਕਾਰ ਨਹੀਂ ਹੈ, ਉਹ ਆਪਣਾ ਆਪਾ ਨਹੀਂ ਭਲਾ ਕਰਦਾ, ਉਹ ਆਤਮਘਾਤੀ ਹੈ। ਜਿਹੜਾ ਮਨਮੁਖ ਹੈ ਉਹਨੂੰ ਕਹਿੰਦੇ ਆਤਮਘਾਤੀ, ਵੀ ਉਹ ਆਪਦੀ ਹੱਤਿਆ ਆਪ ਹੀ ਕਰਦਾ। ਜਿਹੜਾ ਆਪਣੇ ਆਪੇ ਦਾ ਹੀ ਦੁਸ਼ਮਣ ਹੈ, ਉਹ ਕਿਸੇ ਦਾ ਮਿੱਤਰ ਕਿਵੇਂ ਹੋ ਸਕਦਾ? ਇਸ ਲਈ ਮਹਾਰਾਜ ਸਮਝਾਉਂਦੇ, ਕਹਿੰਦੇ ਮਨਮੁਖ ਅੰਧੇ ਸੁਧ ਨਾ ਕਾਈ, ਆਤਮਘਾਤੀ ਹੈ ਜਗਤ ਕਸਾਈ। ਨਿੰਦਾ ਕਰ ਕਰ ਬਹੁ ਭਾਰ ਉਠਾਵੇ, ਬਿਨ ਮਨਜ਼ੂਰੀ ਭਾਰ ਪਹੁੰਚਾਵਣੇ। ਬਈ ਜਿਹੜਾ ਜੀਵ ਮਨਮੁਖ ਹੈ, ਉਹ ਨਿੰਦਕ ਹੈ, ਅਤੇ ਉਹ ਆਤਮਘਾਤੀ ਹੈ, ਉਹ ਆਪਦੀ ਹੱਤਿਆ ਆਪ ਹੀ ਕਰ ਰਿਹਾ। ਹੁਣ ਜਿਹੜਾ ਜੀਵ ਆਪਦੀ ਹੱਤਿਆ ਖੁਦ ਹੀ ਕਰ ਰਿਹਾ, ਜਿਹੜਾ ਆਪਦੇ ਆਪੇ 'ਤੇ ਦਇਆ ਨਹੀਂ ਕਰਦਾ, ਜਿਹੜਾ ਆਪਣਾ ਆਪਾ ਨਹੀਂ ਸਵਾਰਦਾ, ਉਹ ਕਿਸੇ ਦਾ ਕੀ ਸਵਾਰੇ। ਇਸ ਵਾਸਤੇ ਫਿਰ ਸਤਿਗੁਰੂ ਕਹਿੰਦੇ ਵੀ ਇਹ ਜੋ ਪ੍ਰੇਮ ਹੈ, ਇਹ ਬੜਾ ਵਡਮੁੱਲਾ ਅਤੇ ਬੜਾ ਕੀਮਤੀ ਸ਼ਬਦ ਹੈ। ਪ੍ਰੇਮ
ਇਹੋ ਪ੍ਰੇਮ ਆਪਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਸਾਚ ਕਹੂੰ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ। ਬਈ ਜਿਨ੍ਹਾਂ ਨੇ ਪ੍ਰੇਮ ਕੀਤਾ ਉਹਨਾਂ ਨੇ ਮਾਲਕ ਨਾਲ ਮਿਲਾਪ ਕੀਤਾ। ਤੇ ਆਪਾਂ ਨੂੰ ਸਤਿਗੁਰੂ ਫਿਰ ਸਮਝਾਉਂਦੇ ਵੀ ਇਹ ਪ੍ਰੇਮ ਸਾਡੇ ਹਿਰਦੇ ਵਿੱਚ ਕਿਵੇਂ ਪ੍ਰਗਟ ਹੋਵੇ। ਉਹਦੇ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਸਿਮਰਨ ਕਰੋ, ਇਹ ਗੁਰੂ ਦੀ ਮੱਤ ਲਓ। ਜਦੋਂ ਹੁਣ ਅਸੀਂ ਇਹ ਸਿਮਰਨ ਅਭਿਆਸ ਕਰਾਂਗੇ, ਸਾਡੇ ਮਨ ਦੀ ਮੈਲ ਉਤਰੇਗੀ। ਜਿਉਂ-ਜਿਉਂ ਸਾਡੇ ਮਨ ਦੀ ਮੈਲ ਉਤਰੇਗੀ, ਸਾਡਾ ਮਨ ਸਹਿਜ ਵਿੱਚ ਆਏਗਾ। ਅਤੇ ਜਦੋਂ ਇਹ ਸਹਿਜ ਵਿੱਚ ਆਏਗਾ, ਫਿਰ ਸਾਡੇ ਅੰਦਰ ਪ੍ਰੇਮ ਪੈਦਾ ਹੁੰਦਾ। ਅਤੇ ਉਹ ਪ੍ਰੇਮ ਫਿਰ ਮਾਲਕ ਵਾਸਤੇ, ਪਰਮਾਤਮਾ ਲਈ। ਜਦੋਂ ਅਸੀਂ ਮਾਲਕ ਨੂੰ ਪ੍ਰੇਮ ਕਰਾਂਗੇ, ਅਸੀਂ ਸਾਰਿਆਂ ਨੂੰ ਪ੍ਰੇਮ ਕਰਾਂਗੇ। ਕਿਉਂਕਿ ਆਪਾਂ ਨੂੰ ਫਿਰ ਭੇਤ ਆ ਜਾਂਦਾ ਵੀ ਪਰਮਾਤਮਾ ਸਭ ਦੇ ਵਿੱਚ ਹੀ ਹੈ। ਇਸ ਕਰਕੇ ਜਿਹਦਾ ਸੱਜਣ ਇੱਕ ਹੈ ਵਾਹਿਗੁਰੂ, ਉਹਦੇ ਸਾਰੇ ਸੱਜਣ ਨੇ, ਉਹਦਾ ਕੋਈ ਵੈਰੀ ਨਹੀਂ ਹੈ। ਸਤਿਗੁਰੂ ਕਹਿੰਦੇ ਇੱਕ ਸੱਜਣ ਸਭ ਸੱਜਣ, ਇੱਕ ਵੈਰੀ ਸਭ ਆਦ। ਜਿਹਨੇ ਇੱਕ ਨੂੰ ਆਪਣਾ ਸੱਜਣ ਨਹੀਂ ਬਣਾਇਆ, ਮਿੱਤਰ ਨਹੀਂ ਬਣਾਇਆ, ਉਹਦੇ ਸਾਰੇ ਵੈਰੀ, ਉਹਨੇ ਵਾਦ ਵਿਵਾਦ 'ਚ ਹੀ ਪੈਣਾ। ਜਿਹਦਾ ਸੱਜਣ ਇੱਕ ਵਾਹਿਗੁਰੂ, ਉਹਦਾ ਕੋਈ ਵੈਰੀ ਨਹੀਂ, ਉਹਦੇ ਸਾਰੇ ਹੀ ਸੱਜਣ। ਕਿਉਂਕਿ ਉਹ ਸਭ ਦੇ ਵਿੱਚ ਹੀ ਮਾਲਕ ਨੂੰ ਦੇਖਦਾ, ਪਰਮਾਤਮਾ ਨੂੰ। ਇਸ ਵਾਸਤੇ ਜਦੋਂ ਸਾਡਾ ਮਨ ਜਾਗੇਗਾ, ਇਹ ਸਭ ਦੇ ਵਿੱਚ ਪਰਮਾਤਮਾ ਨੂੰ ਦੇਖੇਗਾ, ਉਦੋਂ ਇਹ ਦੂਜੇ ਨੂੰ ਦੇਖਦਾ ਹੀ ਨਹੀਂ। ਇਸ ਅਵਸਥਾ 'ਚ ਪਹੁੰਚਣ ਵਾਸਤੇ ਹੁਣ ਸਤਿਗੁਰੂ ਆਪਾਂ ਨੂੰ ਕਹਿੰਦੇ ਬਈ ਇਹ ਸਿਮਰਨ ਅਭਿਆਸ ਕਰੋ ਅਤੇ ਸੁੱਤੇ ਹੋਏ ਮਨ ਨੂੰ ਜਗਾਓ। ਹੁਣ ਕਿਵੇਂ ਸਾਡੇ ਮਨ ਨੇ ਜਾਗਣਾ, ਕਿਵੇਂ ਇਹਨੇ ਸਹਿਜ ਵਿੱਚ ਜਾਣਾ, ਉਹਦੇ ਵਾਸਤੇ ਸਤਿਗੁਰੂ ਆਪਾਂ ਨੂੰ ਇਹ ਸਾਸ ਗਿਰਾਸੇ ਮਨ ਦੱਸਦੇ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖੋ ਜਦੋਂ ਆਪਾਂ ਇਹ ਮਾਲਕ ਨੂੰ ਸਿਮਰਾਂਗੇ, ਪਰਮਾਤਮਾ ਨੂੰ, ਵਾਹਿਗੁਰੂ ਨੂੰ, ਫਿਰ ਸਾਡੇ ਅੰਦਰੋਂ ਤ੍ਰਿਸ਼ਨਾ ਇਹ ਆਪਣਾ ਆਪਾ ਜਿਹੜਾ ਮਿਟ ਜਾਏਗਾ, ਖਤਮ ਹੋ ਜਾਏਗਾ, ਮਾਲਕ ਹੀ ਮਾਲਕ ਰਹਿ ਜਾਏਗਾ। ਇਹੋ ਆਪਾਂ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਉਂਦੇ, ਸੋ ਸੇਵੋ ਜਿਸ ਮਾਈ ਨਾ ਬਾਪ, ਵਿੱਚੋਂ ਚੁੱਕੇ ਤ੍ਰਿਸ਼ਨਾ ਆਰਾਪ। ਬਈ ਸਾਡਾ ਆਪਣਾ ਆਪਾ ਵੀ ਮਿਟ ਜਾਣਾ, ਤ੍ਰਿਸ਼ਨਾ ਵੀ ਮਿਟ ਜਾਣੀ। ਅਤੇ ਉਹਨੂੰ ਸਿਮਰੋ ਜਿਹਦਾ ਕੋਈ ਮਾਈ ਬਾਪ ਨਹੀਂ ਹੈ, ਪਰਮਾਤਮਾ ਦਾ ਕੋਈ ਮਾਂ ਪਿਓ ਨਹੀਂ ਹੈ, ਉਹਨੂੰ ਕਿਸੇ ਨੇ ਪੈਦਾ ਨਹੀਂ ਕੀਤਾ।
ਸਾਰਾ ਕੁਛ ਉਹ ਤੋਂ ਹੀ ਪੈਦਾ ਹੋਇਆ, ਪਰਮਾਤਮਾ ਤੋਂ। ਇਸ ਕਰਕੇ ਆਪਾਂ ਉਹਨੂੰ ਸਿਮਰ ਰਹੇ ਹਾਂ, ਪਰਮਾਤਮਾ ਨੂੰ, ਜੋ ਸਾਡਾ ਮੂਲ ਹੈ। ਬਈ ਅਸੀਂ ਹੋਰ ਕਿਸੇ ਦੂਜੇ ਤੀਜੇ ਨੂੰ ਨਹੀਂ ਸਿਮਰਦੇ, ਵੀ ਜਿਹੜਾ ਆਪ ਹੀ ਜਨਮ ਮਰਨ ਦੇ ਵਿੱਚ ਹੈ। ਅਸੀਂ ਉਹਨੂੰ ਸਿਮਰਦੇ ਹਾਂ, ਉਹਦੇ ਨਾਲ ਜੁੜੇ ਹਾਂ, ਵੀ ਜਿਹੜਾ ਸਾਰੀ ਸ੍ਰਿਸ਼ਟੀ ਦਾ ਪਾਲਣਹਾਰ ਹੈ, ਜਿਹਨੇ ਸਾਨੂੰ ਪੈਦਾ ਕੀਤਾ ਹੈ। ਇਸ ਵਾਸਤੇ ਫਿਰ ਜਿਹਨੂੰ ਅਸੀਂ ਸਿਮਰਾਂਗੇ ਅਸੀਂ ਉਹਦਾ ਹੀ ਰੂਪ ਹੋ ਜਾਵਾਂਗੇ। ਜੈਸੋ ਸੇਵੇ ਤੈਸੋ ਹੋਏ। ਔਰ ਆਪਾਂ ਨੂੰ ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ ਉਹਦਾ ਸਿਮਰਨ ਕਰਨ ਨੂੰ ਆਖਿਆ, ਜਿਹਦਾ ਸਿਮਰਨ ਉਹਨਾਂ ਨੇ ਆਪ ਕੀਤਾ। ਗੁਰਮੁਖ ਆਪਾਂ ਨੂੰ ਉਹਦੇ ਨਾਲ ਜੋੜਦੇ ਜਿਹਦੇ ਨਾਲ ਉਹ ਖੁਦ ਜੁੜੇ ਨੇ, ਪਰਮਾਤਮਾ ਦੇ ਨਾਲ, ਵਾਹਿਗੁਰੂ ਦੇ ਨਾਲ। ਕਿਉਂਕਿ ਜਿਹੜਾ ਸਰੀਰ ਇਹ ਤਾਂ ਨਾਸਵਾਨ ਹੈ, ਇਹਨੇ ਤਾਂ ਸਦਾ ਨਹੀਂ ਰਹਿਣਾ, ਇਹ ਤਾਂ ਖਤਮ ਹੋ ਜਾਣਾ, ਪਰ ਪਰਮਾਤਮਾ ਸਦਾ ਰਹਿਣ ਵਾਲਾ। ਜੇ ਅਸੀਂ ਉਹਦੇ ਨਾਲ ਜੁੜੇ ਹੋਵਾਂਗੇ, ਵਾਹਿਗੁਰੂ ਦੇ ਨਾਲ, ਉਹ ਹਰ ਥਾਂ 'ਤੇ ਵਿਆਪਕ। ਆਪਾਂ ਜਿੱਥੇ ਮਰਜ਼ੀ ਚਲੇ ਜਾਈਏ, ਉਹ ਸਾਡੇ ਨਾਲ ਅੰਗ ਸੰਗ ਸਦਾ ਹੀ। ਆਪਾਂ ਕਿਤੇ ਵੀ ਦੇਹ ਛੱਡੀਏ, ਉਹਨੇ ਸਾਡਾ ਸਾਥ ਨਹੀਂ ਛੱਡਣਾ। ਉਹ ਇੱਥੇ ਵੀ, ਇਸ ਲੋਕ 'ਚ ਵੀ ਆਪਣੇ ਨਾਲ ਹੈ, ਜਦੋਂ ਅਸੀਂ ਦੇਹ ਛੱਡਾਂਗੇ ਉੱਥੇ ਵੀ। ਕਿਉਂਕਿ ਐਸੀ ਕੋਈ ਥਾਂ ਹੀ ਨਹੀਂ ਜਿੱਥੇ ਪਰਮਾਤਮਾ ਨਹੀਂ ਹੈ। ਆਈਆਂ ਮਾਰੇ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਵੀ ਐਸੀ ਕੋਈ ਵੀ ਜਗ੍ਹਾ ਨਹੀਂ ਜਿੱਥੇ ਮਾਲਕ ਨਹੀਂ ਹੈ। ਜਲ ਦੇ ਵਿੱਚ, ਥਲ ਦੇ ਵਿੱਚ, ਹਰ ਥਾਂ 'ਤੇ। ਜਲ ਥਲ ਮਹੀਲ ਪੂਰੇ ਰਵਿਆ ਵਿੱਚ ਬਣਾ। ਵੀ ਜਲ ਦੇ ਵਿੱਚ, ਥਲ ਦੇ ਵਿੱਚ, ਹਰ ਥਾਂ 'ਤੇ ਮਾਲਕ ਹੈ ਪਰਮਾਤਮਾ। ਸੋ ਇਸ ਵਾਸਤੇ ਹੁਣ ਆਪਾਂ ਮਾਲਕ ਦਾ ਸਿਮਰਨ ਕਰਨਾ, ਉਹਦੇ ਨਾਲ ਜੁੜਨਾ, ਅਤੇ ਉਹਦੇ ਵਾਸਤੇ ਇਹ ਆਪਾਂ ਵੱਧ ਤੋਂ ਵੱਧ ਸਿਮਰਨ ਕਰਨਾ। ਜਿੰਨਾ ਅਸੀਂ ਸਿਮਰਨ ਕਰਾਂਗੇ ਓਨਾ ਹੀ ਸਾਡਾ ਮਨ ਨਿਰਮਲ ਹੋਏਗਾ। ਜਿੰਨਾ ਸਾਡਾ ਮਨ ਨਿਰਮਲ ਹੋਏਗਾ ਹਿਰਦਾ, ਓਨਾ ਹੀ ਸਾਡਾ ਹਿਰਦਾ ਕੋਮਲ ਹੋਏਗਾ। ਜਿੰਨਾ ਕੋਮਲ ਹੋਏਗਾ ਓਨਾ ਹੀ ਇਹ ਪ੍ਰੇਮ ਦੇ ਨਾਲ ਭਰ ਜਾਏਗਾ। ਤਾਈਓ ਗੁਰਮੁਖ ਉਹਨਾਂ ਦਾ ਹਿਰਦਾ ਸ਼ੁੱਧ ਹੁੰਦਾ, ਤਾਈਓ ਉਹ ਸਾਨੂੰ ਪਿਆਰ ਕਰਦੇ, ਕਿਉਂਕਿ ਉਹਨਾਂ ਦਾ ਹਿਰਦਾ ਕੋਮਲ ਹੈ, ਨਿਰਮਲ ਹੈ। ਅਤੇ ਜਿਹੜਾ ਨਿਰਮਲ ਮਨ ਹੈ ਉਹ ਕਿਸੇ ਨਾਲ ਵੈਰ ਵਿਰੋਧ ਨਹੀਂ ਕਰਦਾ, ਉਹ ਕਿਸੇ ਨਾਲ ਈਰਖਾ ਨਹੀਂ ਕਰਦਾ, ਕਿਸੇ ਨਾਲ ਨਫ਼ਰਤ ਨਹੀਂ ਕਰਦਾ। ਇਸ ਵਾਸਤੇ ਹੁਣ ਆਪਾਂ ਕੋਸ਼ਿਸ਼ ਕਰਨੀ, ਆਪਣਾ ਆਪਾ ਸਵਾਰਨ। ਇਹਦੇ ਵਿੱਚ ਕਿਸੇ ਹੋਰ ਲਈ ਨਹੀਂ, ਆਪਾਂ ਇਹ ਜੋ ਸੰਗਤ ਕਰਦੇ, ਸਿਮਰਨ ਕਰਦੇ ਹਾਂ, ਇਹ ਆਪਾਂ ਖੁਦ ਆਪਣੇ ਵਾਸਤੇ ਕਰ ਰਹੇ ਹਾਂ, ਵੀ ਸਾਡਾ ਹਿਰਦਾ ਸ਼ੁੱਧ ਹੋ ਜਾਏ, ਸਾਡਾ ਮਨ ਸ਼ੁੱਧ ਹੋ ਜਾਏ। ਇਸ ਵਾਸਤੇ ਹੁਣ ਇਹ ਆਪਾਂ ਗੁਰਮੁਖੋ ਵੱਧ ਤੋਂ ਵੱਧ ਸਿਮਰਨ ਕਰਨਾ ਹੈ। ਗੁਰਬਾਣੀ ਗੁਰੂ ਨੂੰ ਜਦੋਂ ਪੜ੍ਹਦੇ ਹਾਂ, ਪੜ੍ਹ ਕੇ ਵਿਚਾਰਨਾ, ਖੋਜਣਾ, ਤਾਂ ਕਿ ਆਪਣਾ ਮਨ ਧੋਤਾ ਜਾਵੇ, ਸਾਡਾ ਮਨ ਪਾਸੇ ਨਾ ਜਾਵੇ। ਅਤੇ ਵੱਧ ਤੋਂ ਵੱਧ ਆਪਾਂ ਸਤ ਸੰਗਤ ਕਰਨੀ। ਜਿੰਨੀ ਆਪਾਂ ਸਤ ਸੰਗਤ ਕਰਾਂਗੇ ਓਨਾ ਹੀ ਆਪਾਂ ਨੂੰ ਲਾਹਾ। ਫਿਰ ਹੀ ਸਾਨੂੰ ਇਹ ਭੇਤ ਆਉਂਦਾ ਵੀ ਸਾਨੂੰ ਸਤਿਗੁਰੂ ਕੀ ਉਪਦੇਸ਼ ਕਰਦੇ ਨੇ, ਕੀ ਸਮਝਾ ਰਹੇ ਨੇ। ਇਸ ਵਾਸਤੇ ਆਪਾਂ ਵੱਧ ਤੋਂ ਵੱਧ ਸਤ ਸੰਗਤ ਕਰਨੀ ਹੈ। ਇਹ ਜੋ ਆਪਾਂ ਗਿਆਨ ਦੀ ਸਾਂਝ ਪਾਉਂਦੇ ਹਾਂ, ਸਾਰਾ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ। ਭਾਈ ਸਾਹਿਬ, ਭਾਈ ਸੇਵਾ ਸਿੰਘ ਜੀ ਧਰਮਾਲਾ, ਬਈ ਜੋ ਸਾਡੇ ਜੀਵਨ ਦਾ, ਸਾਰਿਆਂ ਦਾ ਮਨੋਰਥ, ਸਾਡਾ ਅਸਲ ਮਕਸਦ ਵਾਹਿਗੁਰੂ ਨੂੰ ਮਿਲਣਾ, ਪਰਮਾਤਮਾ ਨੂੰ, ਉਹਨੂੰ ਆਪਾਂ ਜਿਉਂਦੇ ਜੀ ਮਿਲਣਾ। ਜੇ ਉਹ ਆਪਾਂ ਨੂੰ ਦਿਖਿਆ ਨਹੀਂ ਹਜੇ ਤੱਕ, ਤਾਂ ਆਪਾਂ ਵਿਚਾਰਨਾ ਵੀ ਸਾਨੂੰ ਦਿੰਦਾ ਕਿਉਂ ਨਹੀਂ। ਕਿਉਂਕਿ ਮਹਾਰਾਜ ਸਾਨੂੰ ਕਹਿ ਰਹੇ ਵੀ ਤੁਸੀਂ ਦੇਖ ਸਕਦੇ। ਜੇ ਉਹ ਆਪਾਂ ਨੂੰ ਦਿਸਦਾ ਨਹੀਂ ਤਾਂ ਆਪਾਂ ਵਿਚਾਰਨਾ ਵੀ ਕਿੱਥੇ ਕਮੀ ਹੈ, ਸਾਨੂੰ ਕਿਉਂ ਨਹੀਂ ਦਿਸਦਾ। ਜੇ ਸਾਨੂੰ ਮਾਲਕ ਦੀ ਆਵਾਜ਼, ਨਾਮ ਸੁਣਦਾ ਨਹੀਂ, ਇਹਦੇ 'ਤੇ ਅਸੀਂ ਵਿਚਾਰ ਕਰਨੀ ਹੁੰਦੀ ਵੀ ਸਾਨੂੰ ਸੁਣਦਾ ਕਿਉਂ ਨਹੀਂ, ਕੀ ਕਮੀ ਹੈ, ਸਾਨੂੰ ਕਿਉਂ ਨਹੀਂ ਮਾਲਕ ਦੀ ਆਵਾਜ਼ ਸੁਣ ਰਹੀ। ਉਹ ਫਿਰ ਸਾਨੂੰ ਜਦੋਂ ਅਸੀਂ ਵਿਚਾਰਾਂਗੇ ਸਹਿਜ ਦੇ ਵਿੱਚ, ਅਤੇ ਫਿਰ ਸਾਨੂੰ ਸਾਡੇ ਅੰਦਰ ਕਮੀ ਵੀ ਲੱਭ ਜਾਏਗੀ ਵੀ ਕੀ ਕਮੀ ਹੈ, ਕਿਉਂ ਨਹੀਂ ਸਾਨੂੰ ਸੁਣਦਾ, ਕਿਉਂ ਨਹੀਂ ਸਾਨੂੰ ਦਿਸਦਾ ਪਰਮਾਤਮਾ, ਕੀ ਰੁਕਾਵਟ ਹੈ ਵਿੱਚ। ਉਹ ਸਾਡੇ ਅੰਦਰ ਦੀ ਖੋਜ ਹੈ। ਜਿੰਨਾ ਅਸੀਂ ਗਹਿਰੇ ਜਾਵਾਂਗੇ ਸਹਿਜ 'ਚ, ਓਨਾ ਹੀ ਸਾਨੂੰ ਇਹ ਭੇਦ ਖੁੱਲ੍ਹਦਾ ਜਾਏਗਾ, ਓਨਾ ਹੀ ਅਸੀਂ ਵਿਚਾਰ ਕਰਦੇ ਜਾਵਾਂਗੇ ਅੰਤਰਗਤ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਇਹ ਆਪੋ ਆਪਣੀ ਖੋਜ ਹੈ।
ਤੇ ਆਪਾਂ ਇਹ ਖੋਜੀ ਬਣ ਕੇ ਚੱਲਣਾ। ਇਹ ਆਪਣੀ ਕਾਇਆ ਦੀ ਅੰਦਰ ਦੀ ਖੋਜ ਕਰਨੀ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿ